ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਸੂਬਾ ਸਾਡਾ ਕਰਜ਼ੇ ਥੱਲੇ ਡੁੱਬਿਆ ਹੋਵੇ, ਤੱਪੜ ਰੁਲੇ ਹੋਣ, ਇਹਦੇ ਕਿਸਾਨ ਮਜ਼ਦੂਰ ਅੰਦੋਲਨ ਵਿੱਚ ਡੂੰਘੇ ਉਤਰ ਚੁੱਕੇ ਹੋਣ, ਇਨਕਲਾਬੀ ਜਜ਼ਬਿਆਂ ਦੇ ਠਾਠਾਂ ਮਾਰਦੇ ਸਮਿਆਂ ਵਿੱਚ ਵੀ ਨਮੋਸ਼ੀ ਦਾ ਆਲਮ ਇਹ ਹੋਵੇ ਕਿ ਹਾਲੇ ਵੀ ਹਰ ਆਏ ਦਿਨ ਕੋਈ ਨਾ ਕੋਈ ਕਰਜ਼ੇ ਹੇਠਾਂ ਡੁੱਬਿਆ ਕਿਸਾਨ ਮਜ਼ਦੂਰ ਖੁਦਕੁਸ਼ੀ ਕਰ ਰਿਹਾ ਹੋਵੇ। ਦਿੱਲੀ ਵਾਲਾ ਡਾਢਾ ਹਾਕਮ ਹਾਲੇ ਆਕੜਿਆ ਹੋਵੇ, ਇੱਥੋਂ ਵਾਲੇ ਹਾਕਮ ਦੇ ਮਹਿਲਾਂ ਵੱਲੀ ਕੂਚ ਕਰਦੇ ਧਰਨਾ ਪ੍ਰੋਟੈਸਟ ਕਰਦੇ ਮੁਲਾਜ਼ਮਾਂ ਨੂੰ ਪੁਲਿਸ ਬੇਦਰਦੀ ਨਾਲ ਡਾਂਗਾਂ ਨਾਲ ਕੁੱਟ ਰਹੀ ਹੋਵੇ। ਸਾਡੇ ਤੁਹਾਡੇ ਦਿੱਤੇ ਟੈਕਸ ਨਾਲ ਭਰਤੀ ਕੀਤੀ ਸਜੀ ਸੰਵਾਰੀ ਪੁਲਿਸ ਆਂਗਨਵਾੜੀ ਮਹਿਲਾ ਕਰਮਚਾਰੀਆਂ ਦੇ ਸਰੇਰਾਹ ਜੂੰਡੇ ਪੁੱਟੇ ਕਿਉਂ ਜੋ ਉਹ ਬਿਹਤਰ ਤਨਖਾਹ ਭੱਤੇ ਮੰਗਦੀਆਂ ਹਨ। ਤੇ ਫਿਰ ਉਹਨਾਂ ਦਿਨਾਂ ਵਿੱਚ ਬਜਟ ਆ ਜਾਵੇ, ਸਾਹਮਣੇ ਚੋਣਾਂ ਆ ਰਹੀਆਂ ਹੋਣ, ਉਹ 4 ਸਾਲ ਜਿਹੜਾ ਉਹ ਇੱਕੋ ਤਾਲ ਵਾਲਾ ਪੱਕਾ ਸਰਕਾਰੀ ਰਾਗ ਸੁਣਨ ਤੋਂ ਬਾਅਦ ਕਿ ਜੀ ਤਿਜੋਰੀ ਖਾਲੀ ਹੈ, ਅਚਾਨਕ ਤੁਹਾਨੂੰ ਚੌਂਦਾ ਆਲਾਪ ਸੁਣਾਈ ਦੇਵੇ ਵਿੱਤ ਮੰਤਰੀ ਦਾ। ਗੱਫੇ ਹੀ ਗੱਫੇ, ਛੱਪੜ ਫਾੜ ਕੇ ਸਰਕਾਰੀ ਨੌਕਰੀਆਂ, ਸਰਕਾਰੀ ਬੱਸਾਂ ਦੇ ਫ੍ਰੀ ਝੂਟੇ ਔਰਤਾਂ ਲਈ, ਭਲਾਈ ਸਕੀਮਾਂ, ਨਵੇਂ ਕਾਲਜ, ਬੁਢਾਪਾ ਪੈਨਸ਼ਨਾਂ ਦੁੱਗਣੀਆਂ, ਆਸ਼ੀਰਵਾਦ ਦੁੱਗਣੇ, ਕਰਜ਼ੇ ਤੁਹਾਡੇ ਮੁਆਫ, ਤੇ ਉਹ ਜਿਹੜਾ ਨਵਾਂ ਸੱਪ ਕੱਢਿਆ ਟੋਕਰੀ 'ਚੋਂ, ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ। ਉਵੇਂ ਪੁੱਛ ਕੇ ਵੇਖਾਂ ਜਿਵੇਂ ਟੀਵੀ ਵਾਲੇ ਰਿਪੋਰਟਰ ਪੁੱਛਦੇ ਹੁੰਦੇ ਨੇ, ਜੀ ਆਪਕੋ ਕੈਸਾ ਫੀਲ ਹੋ ਰਹਾ ਹੈ। ਵੈਸੇ ਤਾਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਹੋਰਾਂ ਨੇ ਪੰਜਾਬ ਦੀ ਵਿਧਾਨ ਸਭਾ ਵਿੱਚ ਬਿਨਾਂ ਪੁੱਛੇ ਹੀ ਇੱਕ ਵੱਡੇ ਸਵਾਲ ਦਾ ਜਵਾਬ ਦੇ ਦਿੱਤਾ। ਉਹਨਾਂ ਕਿਹਾ ਕਿ ਲੋਕਾਂ ਦੀਆਂ ਸਾਡੀਆਂ ਤੁਹਾਡੀਆਂ ਤਕਦੀਰਾਂ ਵਾਹਿਗੁਰੂ ਲਿਖਦਾ ਹੈ, ਸਰਕਾਰਾਂ ਦੇ ਬਣਾਏ ਬਜਟ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਕਿਉਂ ਜੋ ਵਾਹਿਗੁਰੂ ਜੀ ਦੀ ਹਾਲੇ ਮੇਰੇ ਉੱਤੇ ਇੰਨੀ ਕਿਰਪਾ ਨਹੀਂ ਹੋਈ ਕਿ ਮੇਰੀ ਬੇਨਤੀ ਪ੍ਰਵਾਨ ਕਰਕੇ ਇੱਥੇ ਦਲੀਲ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ, ਇੱਥੇ ਉਹਨਾਂ ਦੀ ਇੰਟਰਵਿਊ ਲਈਏ, ਇਸ ਲਈ ਮੈਂ ਉਹਨਾਂ ਨੂੰ ਦਰਖਾਸਤ ਕੀਤੀ ਹੈ ਜਿਨ੍ਹਾਂ ਤੱਕ ਮੇਰੀ ਰਸਾਈ ਸੀ, ਜਿਨ੍ਹਾਂ ਤੱਕ ਰਾਬਤਾ ਹੋ ਸਕਿਆ। ਸਾਡੇ ਨਾਲ ਅੱਜ ਦੀ ਵਿਚਾਰ ਚਰਚਾ ਵਿੱਚ ਜੁੜ ਰਹੇ ਨੇ ਡਾਕਟਰ ਸੁੱਚਾ ਸਿੰਘ ਗਿੱਲ ਜੀ, ਪੰਜਾਬ ਦੇ ਮੰਨੇ ਪਰਮੰਨੇ ਇਕੋਨੋਮਿਸਟ ਨੇ। ਡਾਕਟਰ ਸੁੱਚਾ ਸਿੰਘ ਗਿੱਲ ਬਜਟ ਦੇ ਵਿੱਚ ਜਿਸ ਕਿਸਮ ਦੇ ਲੋਭ ਲੁਭਾਵਨੇ ਅਤੇ ਖੂਬਸੂਰਤ ਰਾਗ ਤੁਹਾਨੂੰ ਸੁਣਾਏ ਜਾਂਦੇ ਨੇ, ਉਹਨਾਂ ਨੂੰ ਕੰਨ ਲਾ ਕੇ ਸੁਣਦੇ ਨੇ ਅਤੇ ਉਹਨਾਂ ਦੇ ਵਿੱਚ ਫਿਰ ਜਿੰਨੀਆਂ ਮਿਲਾਵਟਾਂ ਪਾਈਆਂ ਹੁੰਦੀਆਂ ਨੇ ਉਹਨਾਂ ਦਾ ਨਿਰੀਖਣ ਵੱਡਾ ਲੈਂਸ ਲਾ ਕੇ ਕਰਦੇ ਨੇ। ਸਾਡੇ ਨਾਲ ਜੁੜ ਰਹੇ ਨੇ ਡਾਕਟਰ ਪਰਮਜੀਤ ਸਿੰਘ ਜੀ। ਡਾਕਟਰ ਪਰਮਜੀਤ ਸਿੰਘ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਵਬਸਤਾ ਨੇ, ਮੈਕਰੋ ਇਕਨੋਮਿਕ ਥਿਊਰੀਜ਼ ਦੇ ਨਾਲ ਇਹਨਾਂ ਦਾ ਕੰਮ ਜੁੜਿਆ ਹੋਇਆ, ਪੋਲੀਟੀਕਲ ਇਕੋਨਮੀ ਨੂੰ ਬੜੀ ਨੇੜਿਓਂ ਦੇਖਦੇ ਨੇ, ਮਾਰਕਸਿਜ਼ਮ ਦੀ ਸਟੱਡੀ ਕੀਤੀ ਹੈ, ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਬਾਰੇ ਜਿਹੜਾ ਫੀਲਡ ਵਰਕ ਹੋਇਆ ਉਹਦੇ ਵਿੱਚ ਡੀਪਲੀ ਇਨਵੋਲਵ ਰਹੇ ਨੇ। ਸਾਡਾ ਕੰਟੈਂਪਰੇਰੀ ਸਾਡੇ ਸਮਿਆਂ ਦੇ ਵਿੱਚ ਜਿਹੜਾ ਕੈਪੀਟਲਿਜ਼ਮ ਹੈ ਔਰ ਜਿਹੜੀਆਂ ਨਿਓ ਲਿਬਰਲ ਪਾਲਿਸੀਜ਼ ਨੇ, ਜਿਨ੍ਹਾਂ ਨੂੰ ਤੁਸੀਂ ਕਿਸਾਨ ਅੰਦੋਲਨ ਦੀ ਸਟੇਜ ਤੋਂ ਸਾਮਰਾਜਵਾਦੀ ਤਾਕਤਾਂ ਦਾ ਸਾਡੇ ਉੱਤੇ ਗਲਬਾ ਦੇ ਨਾਮ ਥੱਲੇ ਸੁਣਦੇ ਹੋ, ਉਹਨਾਂ ਨੂੰ ਚੰਗੀ ਤਰ੍ਹਾਂ ਨੇੜਿਓਂ ਨਜਿੱਠਦੇ ਪੜ੍ਹਦੇ ਨੇ। ਡਾਕਟਰ ਸੁੱਚਾ ਸਿੰਘ ਗਿੱਲ ਜੀ, ਇਹ ਬਜਟ ਦਾ ਸਾਡੀਆਂ ਜ਼ਿੰਦਗੀਆਂ ਨਾਲ ਕਿਹਾ ਰਿਸ਼ਤਾ ਹੈ? ਇਹ ਹਰ ਸਾਲ ਜਿਹੜਾ ਇੱਕ ਬਜਟ ਆ ਜਾਂਦਾ ਹੈ, ਕੁਝ ਦਿਨ ਖਬਰਾਂ ਵਿੱਚ ਰਹਿੰਦਾ ਹੈ, ਫਿਰ ਖਬਰਾਂ ਤੋਂ ਗਾਇਬ ਹੋ ਜਾਂਦਾ ਹੈ, ਅਤੇ ਸੱਚੀ ਗੱਲ ਇਹ ਹੈ ਕਿ ਜ਼ਿੰਦਗੀ ਸਾਡੀ ਜਿਹੜੀ ਇਹ ਬਜਟ ਹੀ ਤੈਅ ਕਰਦਾ ਹੈ। ਜੇ 5 ਸਾਲਾਂ ਲਈ ਸਰਕਾਰ ਚੁਣੀ ਜਾਂਦੀ ਹੈ ਅਤੇ ਇੰਜ ਜਾਪਦਾ ਕਿ ਸਰਕਾਰ ਦਾ ਕੋਈ ਵਿਜ਼ਨ ਹੋਵੇਗਾ, ਉਹ ਇੱਕ ਨਿਸ਼ਾਨੇ 'ਚ ਚਲਦੀ ਹੋਏਗੀ, ਪਹਿਲਾ ਬਜਟ, ਦੂਸਰਾ, ਤੀਸਰਾ, ਚੌਥਾ, ਪੰਜਵਾਂ, 5 ਕਦਮਾਂ ਨਾਲ ਉਸ ਵਿਜ਼ਨ ਤੱਕ ਜਾਣਾ ਹੁੰਦਾ। ਇਹ ਬਜਟ ਆਪਸ ਵਿੱਚ ਇਸ ਕਿਸਮ ਦਾ ਪੈਟਰਨ ਦਿਖਾਈ ਦਿੰਦੇ ਨੇ ਕਿ ਜਦੋਂ ਇਲੈਕਸ਼ਨਾਂ ਆ ਜਾਂਦੀਆਂ ਨੇ ਤਾਂ ਸਾਰੀ ਦੁਨੀਆ ਖੂਬਸੂਰਤ ਅਚਾਨਕ ਹੋ ਜਾਂਦੀ ਹੈ, ਅਤੇ ਫਿਰ ਜਦੋਂ ਇਲੈਕਸ਼ਨਾਂ ਚਲੀਆਂ ਜਾਣਗੀਆਂ ਫਿਰ ਸਾਡੇ ਨਾਲ ਕੀ ਹੋਣਾ ਹੈ। ਤੁਸੀਂ ਲੰਬੇ ਸਮੇਂ ਤੋਂ ਇਹਨਾਂ ਚੀਜ਼ਾਂ ਨੂੰ ਦੇਖਦੇ ਆਏ ਹੋ। ਮੈਨੂੰ ਲੱਗਦਾ ਇੱਕ ਪਾਸੇ ਜਦੋਂ ਵਿੱਤ ਮੰਤਰੀ ਦੀ ਤਕਰੀਰ ਹੋ ਰਹੀ ਹੋਵੇ ਨਾ, ਤੇ ਬਾਹਰ ਇੱਕ ਤੁਹਾਨੂੰ ਮਾਈਕ ਦੇਣਾ ਚਾਹੀਦਾ ਤਾਂ ਕਿ ਅਸੀਂ ਇੱਕ ਕੰਨ ਉੱਧਰ ਰੱਖੀਏ, ਇੱਕ ਕੰਨ ਇੱਧਰ ਰੱਖੀਏ ਅਤੇ ਨਾਲ ਦੀ ਨਾਲ ਨਿਤਾਰਾ ਕਰੀਏ। ਟੁਡੇ ਇਜ਼ ਯੋਰ ਚਾਂਸ। ਇੱਕ ਨਾ ਕਾਂਗਰਸ ਦੇ ਬਹੁਤ ਵੱਡੇ ਲੀਡਰ ਹੋਏ ਨੇ, ਮਨੀ ਸ਼ੰਕਰ ਅਈਅਰ, ਹਾਂ, ਉਹਨਾਂ ਦਾ ਕਹਿਣਾ ਹੈ, ਕੋਈ ਨੇ ਹੁਣ ਤਾਂ ਨਹੀਂ ਰਹਿਣ ਦਿੱਤੇ, ਬਾਹਰ ਹੀ ਬੈਠੇ ਨੇ। ਉਹਨਾਂ ਦਾ ਕਹਿਣਾ ਹੈ ਕਿ ਲੋਕ 5 ਸਾਲਾਂ ਬਾਅਦ ਸਰਕਾਰ 'ਚ ਚੁਣਦੇ ਨੇ, ਲੇਕਿਨ 5 ਸਾਲ ਸਰਕਾਰ ਕਿਵੇਂ ਚਲਾਉਣੀ ਆ ਇਹ ਕੋਈ ਹੋਰ ਹੀ ਤੈਅ ਕਰਦਾ ਹੈ। ਸੋ ਇਸ ਕਰਕੇ ਜਿਹੜਾ ਵੋਟਰ ਹੈ ਉਹਦੀ ਜਿਹੜੀ ਮਨਸ਼ਾ ਹੈ ਉਹ ਬਜਟਾਂ 'ਚ ਰਿਫਲੈਕਟ ਇਸ ਕਰਕੇ ਨਹੀਂ ਹੁੰਦੀ ਕਿ ਅੱਜ ਕੱਲ੍ਹ ਦੇ ਬਜਟਾਂ ਦੇ ਉੱਪਰ ਕਾਰਪੋਰੇਟ ਜਿਹੜਾ ਹੈ ਪੋਲਿਸੀ ਹੈ, ਥਿੰਕਿੰਗ ਹੈ, ਉਹਦੀ ਕਾਫੀ ਸ਼ਾਰਪ ਹੈ। ਕਾਰਪੋਰੇਟ ਦੀ ਛਾਪ ਹੈ, ਹਾਂ, ਬੜਾ ਚੰਗਾ ਕਾਰਪੋਰੇਟ ਹੈ, ਨੌਕਰੀਆਂ ਦੇ ਰਿਹਾ, ਫ੍ਰੀ ਝੂਟੇ ਦੇ ਰਿਹਾ, ਮੈਂ ਕਹਿ ਰਿਹਾ ਸਾਰਾ ਕੁਝ ਕਰ ਰਿਹਾ। ਕਿ ਜਿਹੜੇ ਨਵੇਂ ਸਟੈਟਿਸਟਿਕਸ ਆਏ ਨੇ ਜੀ ਕਿ ਹਿੰਦੁਸਤਾਨ ਦੀ ਇਕੋਨਮੀ ਜਿਹੜੀ ਆ ਗਰੋ ਕਰ ਸਕਦੀ ਹੈ, ਲੇਕਿਨ ਜੌਬ ਨਹੀਂ ਗਰੋ ਕਰਦੇ। ਔਰ ਇਹਦੇ ਤਰੱਕੀ ਕਰਾਂਗੇ, ਨੌਕਰੀਆਂ, ਬੱਚੇ ਸਾਡੇ ਬੇਰੁਜ਼ਗਾਰ ਰਹਿ ਜਾਣਗੇ। ਹਾਂ, ਕਿਉਂਕਿ ਜਿਹੜੀ ਇੰਪਲਾਇਮੈਂਟ ਇਲਾਸਟਿਸਿਟੀ ਹੈ ਇਨਕਮ ਦੀ, ਉਹ
1% ਜੇ ਆਮਦਨ ਵਧੇ ਤਾਂ 2011-12 ਚ ਉਹ 0.04 ਹੈ, ਜਿਹਦਾ ਮਤਲਬ ਇਹ ਆ ਕਿ ਜੇ 8% ਗਰੋਥ ਰੇਟ ਹੋਵੇ ਤੇ 0.5% ਇੰਪਲੋਇਮੈਂਟ ਦੀ ਗਰੋਥ ਹੋਏਗੀ। ਇਹ 11-12 ਦੇ ਸਟੈਟਿਸਟਿਕਸ ਨੇ। ਹੁਣ ਦੇ ਜੇ ਸਟੈਟਿਸਟਿਕਸ ਲਈਏ ਮੇਰੀ ਜਿਹੜੇ ਟ੍ਰੈਂਡ ਫਿੱਟ ਕਰੀਏ ਤੇ ਹੁਣ ਕੋਈ ਰਿਲੇਸ਼ਨਸ਼ਿਪ ਨਹੀਂ ਹੈ ਕਿ ਨੈਸ਼ਨਲ ਇਨਕਮ ਵਧੇਗੀ, ਪਰ ਕੈਪੀਟਲ ਇਨਕਮ ਵਧੇਗੀ, ਪਰ ਨੌਕਰੀਆਂ ਨਹੀਂ ਵਧਣਗੀਆਂ। ਇਹਨੂੰ ਅਸੀਂ ਜੌਬਲੈਸ ਪਹਿਲਾਂ ਗਰੋਥ ਕਹਿੰਦੇ ਸੀ, ਹੁਣ ਜੌਬ ਲਾਸ ਗਰੋਥ ਕਹਿੰਦੇ ਨੇ। ਜਿਹੜੀ ਸਾਡੀ ਸਮਝ ਹੁੰਦੀ ਹੈ ਵੀ ਜੇ ਤਰੱਕੀ ਹੋਏਗੀ, ਇਨਕਮ ਜ਼ਿਆਦਾ ਹੋਏਗੀ ਤੇ ਪਰਿਵਾਰ ਖੁਸ਼ਹਾਲ ਹੋਵੇਗਾ। ਇਹ ਜਿਹੜੀ ਨਿਓ ਲਿਬਰਲ ਥਿੰਕਿੰਗ ਹੈ ਉਹਦੇ 'ਚ ਇਹੀ ਕਹੀ ਜਾਂਦੇ ਨੇ। ਔਰ ਪਿਛਲੇ ਜਿਹੜਾ ਕੋਵਿਡ ਦਾ ਪੀਰੀਅਡ ਹੈ ਜਿਹਦੇ 'ਚ ਕੋਈ 22 ਕਰੋੜ ਲੋਕ ਇੱਕਦਮ ਬੇਰੁਜ਼ਗਾਰ ਹੋਏ ਸੀਗੇ। ਮੋਨੀਟਰਿੰਗ ਆਫ ਇੰਡੀਅਨ ਇਕਨੋਮੀ ਮੁੰਬਈ ਵਾਲਿਆਂ ਦਾ ਡੇਟਾ ਹੈ ਤੇ ਉਹਦੇ ਬਾਅਦ ਸਰਕਾਰ ਨੇ ਤਾਂ ਪ੍ਰਜ਼ਿਊਮ ਕਰ ਲਿਆ ਕਿ ਦਸੰਬਰ ਤੱਕ ਸਾਰੇ ਬੰਦੇ ਨੂੰ ਨੌਕਰੀਆਂ ਮਿਲ ਗਈਆਂ ਵਾਪਸ। ਲੇਕਿਨ ਜਿਹੜਾ ਅਜ਼ੀਮ ਪ੍ਰੇਮ ਜੀ ਯੂਨੀਵਰਸਿਟੀ ਨੇ ਵਰਕ ਕੀਤਾ ਹੈਗਾ ਉਹਦੇ ਮੁਤਾਬਕ ਅਜੇ ਵੀ 2 ਕਰੋੜ ਲੋਕ ਜਿਹੜੇ ਨੇ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲੀਆਂ। ਸੋ ਮੁਲਕ ਦੇ ਵਿੱਚ ਬੇਰੁਜ਼ਗਾਰੀ ਅਥਾਹ ਹੈ। ਗੌਰਮੈਂਟਾਂ ਦੇ ਵਿੱਚ ਜਿਹੜੀ ਰੈਗੂਲਰ ਇੰਪਲੋਇਮੈਂਟ ਦੇ ਕੇ ਪੂਰੀ ਸੈਲਰੀ ਦੇਣ ਦੀ ਸਮਰੱਥਾ ਨਹੀਂ ਹੈ, ਕਿਉਂਕਿ ਉਹ ਜਿਹੜੇ ਅਮੀਰ ਲੋਕ ਨੇ ਉਹਨਾਂ ਤੇ ਟੈਕਸ ਲਾ ਕੇ ਗਰੀਬਾਂ ਵਾਸਤੇ ਵੈਲਫੇਅਰ ਸਟੇਟ ਦਾ ਕੰਮ ਨਹੀਂ ਕਰਨਾ ਚਾਹੁੰਦੇ। ਸੋ ਇਸ ਕਰਕੇ ਬਜਟ ਜਿਹੜੇ ਭਾਵੇਂ ਸੈਂਟਰ ਦਾ ਬਜਟ ਹੋਵੇ ਭਾਵੇਂ ਸਟੇਟ ਦਾ ਬਜਟ ਹੋਵੇ ਉਹਦੇ 'ਚ ਸਾਨੂੰ ਮਿਲਦਾ ਹੈ। ਕਮਿੰਗ ਟੂ ਪੰਜਾਬ ਬਜਟ, ਪੰਜਾਬ ਬਜਟ ਤੇ ਕੋਈ ਤਰਵਾਸ ਦੇਣ ਵਾਲੀ ਗੱਲ ਕਰੋ। ਬਜਟ ਬੜਾ ਅੱਛਾ ਆਇਆ, ਤੁਸੀਂ ਮੈਂ ਕਰ ਰਿਹਾ ਗੱਲ। ਬਜਟ ਜਿਹੜਾ ਹੈ ਪੰਜਾਬ ਦਾ ਬਜਟ ਤੇ 2 ਅਸਰ ਨਜ਼ਰ ਆਉਂਦੇ ਨੇ। ਇੱਕ ਤਾਂ ਜਿਹੜੀ ਕਿਸਾਨ ਮੋਰਚਾ ਨੇ ਦਿੱਲੀ ਦਾ ਮੋਰਚਾ ਸੰਭਾਲਿਆ ਹੈ ਜੀ, ਟਿਕਰੀ ਤੇ ਸਿੰਘੂ ਬਾਰਡਰ ਤੇ ਗਾਜ਼ੀਪੁਰ, ਉਹ ਉਸ ਬਜਟ ਦਾ ਕਿਤੇ ਨਾ ਕਿਤੇ ਕੋਈ ਜਿਹੜਾ ਕੋਈ ਇੰਪੈਕਟ ਹੈ ਜੀ। ਦੂਜਾ ਕੋਵਿਡ ਦਾ ਅਸਰ ਹੈ, ਕੋਵਿਡ ਦੇ ਪੀਰੀਅਡ ਦਾ। ਸੋ ਕੋਵਿਡ ਕਰਕੇ ਜਿਹੜੀ ਹੈਲਥ ਸੈਕਟਰ ਹੈ ਜਿਹਦੇ 'ਚ ਇਹਨਾਂ ਨੇ ਹੁਣ ਕਿਹਾ ਕਿ ਜਿਹੜਾ ਪੀਰੀਅਡ ਹੈਗਾ ਇਲੈਕਸ਼ਨ ਦਾ ਦੌਰ ਹੈ ਉਹ 'ਚ ਲੋਕਾਂ ਨੂੰ ਮੁਫਤ ਟੀਕੇ ਲਾਉਣੇ ਆ, ਤੇ ਇਸ ਕਰਕੇ ਹੈਲਥ ਦਾ ਬਜਟ ਇਹਨਾਂ ਨੇ ਵਧਾਇਆ। ਪਰ ਇੱਕ ਇਹਨਾਂ ਨੂੰ ਜਿਹੜੀ ਇਸ ਬਜਟ 'ਚ ਰਾਹਤ ਮਿਲੀ ਹੈ ਜਿਹੜੀ ਕਿ ਬਹੁਤ ਪ੍ਰੋਜੈਕਟ ਨਹੀਂ ਹੋਈ, ਉਹ ਇਹ ਆ ਕਿ ਜਿਹੜਾ ਪੰਜਾਬ ਹੈ ਪਹਿਲਾਂ ਮਿਡਲ ਇਨਕਮ ਗਰੁੱਪ 'ਚ ਆਉਂਦਾ ਸੀਗਾ ਜੀ, ਹੁਣ ਪੰਜਾਬ ਜਿਹੜਾ ਲੋਅਰ ਇਨਕਮ ਗਰੁੱਪ 'ਚ ਆ ਗਿਆ। ਤੇ ਇਸ ਕਰਕੇ ਜਿਹੜੀ ਸੈਂਟਰਲ ਗ੍ਰਾਂਟ ਦਾ ਸਾਨੂੰ 1.56% ਮਿਲਦਾ ਸੀਗਾ, ਹੁਣ ਉਹ ਸ਼ੇਅਰ ਵੱਧ ਕੇ 1.8 ਹੋ ਗਿਆ। ਸਾਡੇ ਘਰ ਦੇ ਬਾਹਰ ਫੱਟੀ ਲੱਗ ਗਈ ਹੈ, ਉਹ ਲਾਉਂਦੇ ਹੁੰਦੇ ਨੇ ਨਾ, ਇਹ ਘਰ ਬਹੁਤ ਗਰੀਬ ਹੈ, ਇਹਨਾਂ ਇੱਥੇ ਅਸੀਂ ਕਿਰਪਾ ਦੇ ਜ਼ਿਆਦਾ ਪਾਤਰ ਹੋ ਗਏ। ਸੋ ਇਸ ਕਰਕੇ ਇਹ ਜਿਹੜਾ 0.23% ਸਾਡਾ ਸ਼ੇਅਰ ਵਧਿਆ ਨੈਸ਼ਨਲ ਕਿੱਟੀ 'ਚ, ਇਹਦੇ ਨਾਲ 1531 ਕਰੋੜ ਦਾ ਬੈਨੀਫਿਟ ਹੋ ਗਿਆ ਸੀ। ਔਰ ਹਰ ਸਾਲ 1531 ਰੁਪਏ ਸਟੇਟ ਨੂੰ ਸੈਂਟਰ ਵੱਲੋਂ ਵੱਧ ਮਿਲਣਗੇ। ਦੂਸਰਾ ਹੈ ਕਿ ਇਸ ਪੀਰੀਅਡ ਦੇ ਵਿੱਚ ਸੈਂਟਰ ਨੇ ਕਿਹਾ ਕਿ ਜਿਵੇਂ ਪਹਿਲਾਂ ਫਿਸਕਲ ਰਿਸਪੌਂਸਿਬਿਲਿਟੀ ਐਂਡ ਮੈਨੇਜਮੈਂਟ ਐਕਟ ਦੇ ਤਹਿਤ ਤੁਸੀਂ 3% ਆਫ ਸਟੇਟ ਡੋਮੈਸਟਿਕ ਪ੍ਰੋਡਕਟ ਤੋਂ ਵੱਧ ਕਰਜ਼ਾ ਨਹੀਂ ਲੈ ਸਕਦੇ। ਤੋ ਫਿਸਕਲ ਡੈਫਿਸਿਟ ਉਹਨਾਂ ਨਹੀਂ ਸੀ ਵਧਣ ਦਿੰਦੇ, ਐਫਆਰਬੀਐਮ ਰੈਗੂਲੇਸ਼ਨਸ ਹੁੰਦੇ ਸੀ ਸਾਰੇ, ਹੁਣ ਉਹਨਾਂ ਨੇ ਖੋਲ ਦਿੱਤਾ ਹੈ। ਸੈਂਟਰ ਦਾ ਤਾਂ ਪਰਵਾਹ ਨਾ ਕਰੋ, ਕਰਜ਼ਾ ਹੋਰ ਲੈ ਲਓ। ਸੈਂਟਰ ਦਾ ਤਾਂ ਜਿਹੜਾ ਫਿਸਕਲ ਡੈਫਿਸਿਟ 9.5% ਹੈ ਜੀ, ਤੇ ਇਹਨਾਂ ਦਾ 4% ਸੀਗਾ ਪਿਛਲੇ ਸਾਲ ਦਾ। ਇਸ ਸਾਲ 3.99 ਤੇ ਇਹਨਾਂ ਨੇ ਕਿਹਾ ਕਿ ਕਰਜ਼ਾ ਲੈ ਕੇ ਖਰਚ ਕਰੋ ਜੀ। ਸੋ ਇਸ ਕਰਕੇ ਕਰਜ਼ਾ ਜਿਹੜਾ ਹੈ ਉਹਦੀ ਪੰਡ ਵਧੀ ਜਾਣੀ ਆ। ਪਿਛਲੇ ਸਾਲ 1,92,000 ਕਰੋੜ ਸੀ, ਹੁਣ 2,53,000 ਕਰੋੜ ਹੋ ਗਿਆ, ਤੇ ਅਗਲੇ ਸਾਲ ਜਿਹੜਾ ਹੈ ਉਹ 2,073 ਕਰੋੜ ਹੋ ਜਾਏਗਾ। ਤੇ ਜਿਹੜੇ ਕੈਗ ਦੀ ਰਿਪੋਰਟ ਹੈ ਉਹ ਕਹਿੰਦੇ ਕਿ ਅਗਲੇ 4-5 ਸਾਲਾਂ 'ਚ 3,50,000 ਕਰੋੜ ਹੋ ਜਾਏਗਾ। ਇਹ ਸਸਟੇਨੇਬਲ ਨਹੀਂ ਰਹੇਗਾ। ਕਰਜ਼ਾ ਲੈ ਕੇ ਖਰਚੋਗੇ, ਟੈਕਸ ਨਾਲ ਪੈਸੇ ਨਹੀਂ ਇਕੱਠੇ ਕਰੋਗੇ। ਟੂ ਪਿਕਚਰਸ ਪਰਮਜੀਤ ਜੀ, ਇਹ ਤਾਂ 2 ਤਰ੍ਹਾਂ ਦੀਆਂ ਤਸਵੀਰਾਂ ਹੋ ਗਈਆਂ। ਇੱਕ ਤਾਂ ਕਿਸੇ ਹੱਦ ਤੱਕ ਇਕਨੋਮਿਸਟਾਂ ਦੇ ਮਨ ਸੀ ਵੀ ਜਿਹੜੇ ਐਫਆਰਬੀਐਮ ਵਾਲੇ ਵੀ ਰੈਗੂਲੇਸ਼ਨਸ ਬਣਾਏ ਹੋਏ ਨੇ ਇਹ ਵੀ ਜਾਲੀ ਚੀਜ਼ ਹੈ। ਜਿਸ ਵੇਲੇ ਲੋਕਾਂ ਦੀਆਂ ਨੀਡਸ ਹੋਣ ਸਟੇਟ ਨੂੰ ਖਰਚ ਕਰਨਾ ਚਾਹੀਦਾ ਹੈ। ਇਹ ਕਰਜ਼ਾ ਦੀ ਜਿਹੜੇ 3% ਵਗੈਰਾ ਇਹ ਸਭ ਐਵੇਂ ਮਸਨੂਈ ਜਿਹੇ ਬਾਰਸ ਨੇ। ਇਹ ਚੰਗੀ ਗੱਲ ਹੈ ਜੇ ਇਸ ਕਿਸਮ ਦੀ ਸੋਚ ਆਉਂਦੀ ਹੈ ਕਿ ਲੋਕਾਂ ਦੀਆਂ ਨੀਡਸ ਹੈਗੀਆਂ ਨੇ। ਇੱਕ ਪਾਸੇ ਸਟੇਟ ਇੱਕ ਰੈਵੋਲੂਸ਼ਨਰੀ ਪਿਕਚਰ ਦਿੰਦੀ ਹੈ। ਜੇ ਕੋਈ ਸਰਕਾਰ ਇਹ ਕਹੇ ਕਿ ਅਸੀਂ 40,000 ਨੌਕਰੀਆਂ ਦੇਣ ਲੱਗਿਆ, 40 ਤਾਂ ਜ਼ਿਆਦਾ ਹੀ ਨੇ ਬਲਕਿ 49,000 ਦੇ ਆਸ-ਪਾਸ ਹੀ ਉਹ ਨੌਕਰੀਆਂ ਕਹਿ ਰਹੇ ਨੇ ਕਿ ਅਸੀਂ ਨੌਕਰੀਆਂ ਦੇਣੀਆਂ ਨੇ ਰੈਗੂਲਰ। ਇੱਕ ਇਹੋ ਜਿਹੇ ਸੂਬੇ 'ਚ ਜਿੱਥੇ ਲੋਕ ਕਹਿੰਦੇ ਨੇ ਜੀ ਇਹਨੂੰ ਛੱਡ ਦਈਏ ਆਪਣਾ ਮਾਈਗ੍ਰੈਂਟ ਲੇਬਰ ਨੂੰ, ਆਪਣਾ ਪ੍ਰਸ਼ਾਂਤ ਕਿਸ਼ੋਰ ਹਰਾਂ ਨੂੰ, ਤੇ ਬਾਕੀਆਂ ਨੂੰ ਤੇ ਨੌਕਰੀਆਂ ਕਿਸੇ ਨੂੰ ਨਹੀਂ ਮਿਲੀਆਂ। ਅਚਾਨਕ ਇੰਨੀਆਂ ਨੌਕਰੀਆਂ ਮਿਲ ਜਾਣਗੀਆਂ, ਅਚਾਨਕ ਇੰਨੀਆਂ ਵੈਲਫੇਅਰ ਸਕੀਮਸ ਆ ਜਾਣਗੀਆਂ, ਅਚਾਨਕ ਨਵੇਂ ਕਾਲਜਿਸ ਖੋਲ੍ਹ ਰਹੇ ਨੇ, ਅਚਾਨਕ ਪੈਸਾ ਆ ਰਿਹਾ ਹੈ, ਸਾਰੀਆਂ ਭਲਾਈ ਸਕੀਮਾਂ, ਸ਼ਗਨ ਸਕੀਮ ਦੁੱਗਣੀਆਂ, ਆਸ਼ੀਰਵਾਦ ਸਕੀਮ ਦੁੱਗਣੀ, 21,000 ਤੋਂ 51,000 ਕਰ ਦਿਓ। ਵਨ ਇਜ਼ ਦਿਸ ਪਿਕਚਰ। ਦ ਅਦਰ ਪਿਕਚਰ ਇਜ਼ ਕਿ ਲਗਾਤਾਰ ਪੰਜਾਬ ਦਾ ਕਰਜ਼ਾ ਵੱਧਦਾ ਜਾਏਗਾ। ਜੇ ਇਹ ਡੈਪਟ ਦਾ ਬਜਟ ਦੇ ਨਾਲ ਰਿਲੇਸ਼ਨਸ਼ਿਪ ਕਿਸ ਕਿਸਮ ਦਾ ਹੈ ਕਿ ਅੱਜ ਮੈਨੂੰ ਤੁਸੀਂ ਖੁਸ਼ ਕਰੋਗੇ ਤੇ ਮੁੜ ਕੇ ਆਈ ਵਿਲ ਪੇ ਦਾ ਪ੍ਰਾਈਸ, ਇਹ ਅੰਤ ਤੇ ਮੈਨੂੰ ਤਾਰਨੀ ਪਏਗੀ, ਜਾਂ ਕਿ ਹਰ ਵਾਰੀ ਮੇਰੀ ਜਿਹੜੀ ਡਿਵੈਲਪਮੈਂਟ ਦਾ ਸਵਾਲ ਹੈ ਉਹ ਤੁਹਾਡੇ ਕਰਜ਼ੇ ਦੀ ਰਕਮ ਦਾ ਪ੍ਰਿਜ਼ਨਰ ਹੋ ਜਾਏਗਾ, ਮੈਂ ਉਹਦੀ ਗ੍ਰਿਫਤ ਵਿੱਚ ਹੀ ਰਵਾਂਗਾ।
ਕੀ ਸੁਰਖਰੂ ਹੋਣ ਦਾ ਕੋਈ ਤਰੀਕਾ ਹੈ? ਕਾਰਪੋਰੇਟ ਤਾਂ ਸੁਰਖਰੂ ਹੋ ਜਾਂਦੇ ਨੇ, ਕਹਿੰਦੇ ਨੇ ਜੀ ਬੈਡ ਡੈਟਸ ਨੇ ਨਾ, ਇਹਨਾਂ ਦਾ ਇੱਕ ਅਲੱਗ ਹੀ ਬੈਂਕ ਬਣਾ ਦਿਓ, ਘਟੀਆ ਕਰਜ਼ਿਆਂ ਦਾ ਬੈਂਕ ਬਣਾ ਦਿਓ। ਸਾਡਾ ਨਹੀਂ ਕੋਈ ਇਹੋ ਜਿਹਾ ਹੱਲ ਨਿਕਲਦਾ। ਦੇਖੋ, ਪਹਿਲਾਂ ਤਾਂ ਤੁਸੀਂ ਜਿਹੜੀਆਂ ਦੋ ਗੱਲਾਂ ਨੇ, ਜਿਹੜਾ ਬਜਟ ਹੈ ਮੈਂ ਇਹਨੂੰ ਇੱਕ ਤਾਂ ਪੋਲੀਟੀਕਲ ਇਕਨੋਮੀ ਦੇ ਪਰਸਪੈਕਟਿਵ ਨਾਲ ਦੇਖਣ ਦੀ ਕੋਸ਼ਿਸ਼ ਕਰਾਂਗਾ, ਦੂਜਾ ਡਿਵੈਲਪਮੈਂਟਲ ਪਰਸਪੈਕਟਿਵ ਨਾਲ। ਤੇ ਤੁਸੀਂ ਜਿਹੜੀ ਵੀ ਨਵ ਉਦਾਰਵਾਦੀ ਲੋਕਤੰਤਰ ਹੁੰਦਾ ਉਹਦੇ 'ਚ ਹਰ ਚੌਥਾ ਤੇ ਪੰਜਵਾਂ ਬਜਟ ਪਾਪੂਲਿਸਟ ਹੁੰਦਾ। ਮਤਲਬ 5 ਸਾਲ ਸਰਕਾਰ ਚੱਲਦੀ ਹੈ, ਚੌਥਾ ਬਜਟ ਤੇ ਪੰਜਵਾਂ ਬਜਟ ਉਹ ਪਾਪੂਲਿਸਟ ਬਣ ਜਾਂਦਾ ਹੈ, ਤੇ ਉਹਦੇ ਜਿਹੜੇ ਪਹਿਲੇ 3 ਬਜਟ ਹੁੰਦੇ ਨੇ ਉਹ ਨਿਊ ਲਿਬਰਲ ਹੁੰਦੇ ਨੇ। ਪਹਿਲੇ 3 ਬਜਟ ਸਰਮਾਏਦਾਰਾਂ ਦੇ, 2 ਬਜਟ, ਚੌਥਾ ਬਜਟ ਮਾੜਾ ਮੋਟਾ ਮੈਨੂੰ ਖੁਸ਼ ਕਰਨ ਦਾ, ਤੇ ਪੰਜਵਾਂ ਗੱਫੇ ਲੁਟਾ ਕੇ ਇਲੈਕਸ਼ਨਾਂ ਜਿੱਤਣ ਦਾ। ਪੰਜਵਾਂ ਬਜਟ ਤੁਸੀਂ ਇਹ ਕਹੋਗੇ ਇਹ ਫਾਰਮੂਲਾ ਡੈਮੋਕ੍ਰੇਸੀ ਦਾ ਜੀ, ਪਲੀਜ਼ ਆਲ ਬੈਨੀਫਿਟ ਨਨ। ਆਹ ਸਾਰੇ ਖੁਸ਼ ਹੋ ਜਾਣ, ਭਾਵੇਂ ਫਾਇਦਾ ਕਿਸੇ ਨੂੰ ਪਹੁੰਚੇ ਨਾ ਪਹੁੰਚੇ, ਆਹੋ ਕੋਈ ਇਲੈਕਸ਼ਨ ਹੀ ਆ ਜਾਣੀ ਹੈ ਜਦੋਂ ਵੋਟਾਂ ਮਿਲ ਜਾਣੀਆਂ। ਕਿਉਂਕਿ ਲੌਂਗ ਟਰਮ ਤੁਸੀਂ ਦੇਖੋਗੇ ਇਹ ਪੰਜਵੇਂ ਵਾਲਾ ਜੀ, ਅੱਛਾ ਤਾਂ ਹੀ ਖੁਸ਼ ਹੋਏ ਕਰਦੇ ਹਾਂ ਅਸੀਂ ਸਾਰੇ। ਕਿਉਂਕਿ ਜੇ ਤੁਸੀਂ ਬਜਟ ਦੇਖੋਗੇ ਇਹਨਾਂ 'ਚ ਪਿਛਲੇ ਪੁਰਾਣੇ ਬਜਟ ਤੇ ਜਿਹੜਾ ਕੰਟੈਂਪਰੇਰੀ ਆਪਣਾ ਜਿਹੜਾ ਬਜਟ ਹੋਣਾ ਹੈ, ਇਹਨਾਂ 'ਚ ਇਨਕਨਸਿਸਟੈਂਸੀ ਹੈ। ਇਹ ਆਪਣੇ ਆਪ 'ਚ ਜਦੋਂ ਤੁਸੀਂ ਅਗਰ ਇਹਨੂੰ ਡਿਵੈਲਪਮੈਂਟਲ ਪਰਸਪੈਕਟਿਵ ਤੋਂ ਦੇਖੋ ਤਾਂ ਤੁਸੀਂ ਜਦੋਂ ਗਵਰਨਮੈਂਟ ਪਾਵਰ 'ਚ ਆਉਂਦੀ ਹੈ ਤਾਂ ਉਹਨੂੰ ਘੱਟੋ ਘੱਟ ਆਪਣੇ ਜਿਹੜੇ ਅਰਥ ਸ਼ਾਸਤਰੀ ਜਾਂ ਸਟੇਟ ਕ੍ਰਾਫਟ ਉਹਦੇ ਨਾਲ ਕੰਮ ਕਰਦਾ ਹੈ, ਉਹਨੂੰ ਘੱਟੋ ਘੱਟ ਇੱਕ ਕੰਮ ਤੇ ਲਾਉਣਾ ਚਾਹੀਦਾ ਕਿ 5 ਸਾਲ ਗਵਰਨਮੈਂਟ ਕੀ ਕਰੇ, ਸੋ ਦੈਟ ਤੁਸੀਂ ਆਪਣਾ ਬਜਟ ਉਸ ਤਰੀਕੇ ਨਾਲ ਪਲਾਨ ਕਰਦੇ ਹੋ ਕਿ ਇੱਕ ਪਾਰਟਿਕੂਲਰ ਏਰੀਆ ਨੂੰ ਆਪਾਂ ਇੰਨਾ ਪ੍ਰਪੋਰਸ਼ਨ ਬਜਟ ਦਾ ਦਿੰਦੇ ਜਾਣਾ ਤਾਂ ਕਿ 5 ਸਾਲ ਬਾਅਦ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਭਾਈ ਅਸੀਂ ਇਕਨੋਮੀ 'ਚ ਇਹ ਸੈਕਟਰ ਡਿਵੈਲਪ ਕਰਤਾ। ਪਰ ਇਹ ਵੀ ਯੂਟੋਪੀਆ ਨਹੀਂ ਆਈਡੀਆ ਨਾ ਜੀ, ਇਲੈਕਸ਼ਨਾਂ ਵੀ ਤਾਂ ਜਿੱਤਣੀਆਂ ਹੁੰਦੀਆਂ ਨੇ, ਲੋਕਾਂ ਨੂੰ ਵੀ ਅਪੀਲ ਕਰਨਾ ਹੁੰਦਾ। ਸੋ ਸਮਹੋ ਇੱਕ ਬੈਲੈਂਸਿੰਗ ਗੇਮ ਹੁੰਦੀ ਹੈ ਕਿ ਇੱਕ ਤਾਂ ਤੁਸੀਂ ਉਹਨਾਂ ਪ੍ਰੈਗਮੈਟਿਕ ਵੀ ਰਹੋ, ਇਕਨੋਮਿਕਸ ਵਾਲੇ ਪਾਸਿਓਂ ਵੀ ਬਜਟ ਸ਼ੁੱਡ ਪਾਸ ਮਸਟਰ, ਇਹ ਤੁਹਾਡੇ ਵਰਗੇ ਪਾਰਖੋਂ ਦੀ ਨਜ਼ਰ ਤੇ ਉਤਰਨਾ ਚਾਹੀਦਾ ਹੈ। ਤੇ ਭਾਈ ਪੋਲੀਟੀਸ਼ੀਅਨ ਦੇ ਐਂਗਲ ਤੋਂ ਵੀ ਬਜਟ, ਵਾਟ ਇਜ਼ ਦਾ ਪੁਆਇੰਟ ਆਫ ਬੀਇੰਗ ਇਨ ਗਵਰਨਮੈਂਟ? ਜੇ ਦੁਬਾਰਾ ਤੁਹਾਡਾ ਸੱਤਾ ਜਾਣ ਦਾ ਮਨ ਨਾ ਹੋਵੇ ਤਾਂ ਫਿਰ ਪੋਲੀਟੀਕਲੀ ਵੀ ਬੈਨੀਫਿਟ ਕਰਨਾ ਚਾਹੀਦਾ ਸਰਕਾਰ ਨੂੰ, ਕੋਈ ਬੈਲੈਂਸ ਹੋਣਾ ਚਾਹੀਦਾ। ਉਹੀ ਬੇਸਿਕਲੀ ਇਹ ਪੋਲੀਟੀਕਲੀ ਜ਼ਿਆਦਾ ਹੋ ਜਾਂਦਾ ਲਾਸਟ ਦੇ ਬਜਟ ਆ ਕੇ, ਤੇ ਡਿਵੈਲਪਮੈਂਟਲ 4 ਸਾਲ ਨੌਕਰੀਆਂ ਦਿਓ ਹੀ ਨਾ ਤਾਂ ਅਚਾਨਕ 40,000 ਆ ਜਾਏ ਨਹੀਂ ਰਹਿੰਦਾ। ਫਾਰ ਐਗਜ਼ਾਮਪਲ ਤੁਸੀਂ ਪਿਛਲੇ 4 ਸਾਲਾਂ 'ਚ ਸੋਸ਼ਲ ਸੈਕਟਰ ਸਪੈਂਡਿੰਗ 40% ਘਟਾਤੀ, ਇਸ ਵਾਰ ਤੁਸੀਂ ਵਧਾਤੀ, ਤੇ ਜਿਹੜੀ ਸੋਸ਼ਲ ਸੈਕਟਰ ਸਪੈਂਡਿੰਗ ਹੈ ਫਿਰ ਉੱਥੇ ਦੀ ਉੱਥੇ, ਮਤਲਬ ਜੇ ਤੁਸੀਂ ਓਵਰਆਲ 5 ਸਾਲਾਂ ਦਾ ਦੇਖੋ ਤਾਂ ਉੱਥੇ ਹੀ ਖੜੀ ਹੈ। ਤੇ ਜਿਹੜਾ ਤੁਸੀਂ ਡੈਟ ਦੀ ਗੱਲ ਕੀਤੀ, ਦੇਖੋ ਡੈਟ ਦਾ ਇਹ ਹੈ ਵੀ ਤੁਸੀਂ ਆਪਾਂ ਕਹਿੰਦੇ ਵੀ 2,73,000 ਕਰੋੜ ਡੈਟ ਹੋ ਜਾਣਾ ਜੀ। ਹਰ ਨਵੇਂ ਜੰਮੇ ਬੱਚੇ ਤੇ 90,000 ਦਾ ਡੈਟ ਹੋਏਗਾ ਸੈਂਟਰ ਗਵਰਨਮੈਂਟ ਦਾ ਅਗਲੇ ਸਾਲ। ਪੰਜਾਬ 'ਚ ਜਿਹੜਾ ਵੀ ਬੱਚਾ ਜੰਮੇਗਾ 90,000 ਕਰਜ਼ੇ ਥੱਲੇ ਜੰਮੇਗਾ। ਹਾਂ, 90,000 ਸੈਂਟਰਲ ਗਵਰਨਮੈਂਟ ਦੇ ਡੈਟ ਥੱਲੇ ਜੰਮੇਗਾ ਜੇ ਤੁਸੀਂ ਇਹਨੂੰ ਆਪਣੀ ਪਾਪੂਲੇਸ਼ਨ ਨਾਲ ਡਿਵਾਈਡ ਕਰ ਲਓ। ਤਾਂ ਸਾਡੀ ਸਭ ਦੀ ਲੈਂਡਲੈਸ ਲੇਬਰ ਵਾਲੀ ਹੈ। ਨਹੀਂ ਸਾਰੇ ਜਾਂ ਸਟੇਟਸ ਜਿਹੜੀਆਂ ਨੇ ਹਿੰਦੁਸਤਾਨ 'ਚ ਇਨਕਲੂਡਿੰਗ ਸੈਂਟਰ, ਇਹ ਕਰਜ਼ਾਈ ਨੇ। ਇਹ ਜਿਹੜਾ ਪ੍ਰੈਜ਼ੈਂਟ ਯੂਨੀਅਨ ਬਜਟ ਹੈ ਉਹ 'ਚ 36% ਜਿਹੜਾ ਉਹਨਾਂ ਦੇ ਰੈਵਨਿਊ ਨੇ ਉਹ ਕਰਜ਼ੇ ਨਾਲ ਆਉਣੇ ਨੇ। ਦੂਸਰੀ ਗੱਲ ਐਸ ਵੀ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਇਹ ਬਜਟ, ਇਜ਼ ਦਿਸ ਕਰਜ਼ਾ ਥਿੰਗ ਅ ਰੀਅਲ ਥਿੰਗ ਕਿ ਇਹ ਪੋਲੀਟੀਕਲ ਸਟੇਟਮੈਂਟ ਬਾਜ਼ੀ ਹੈ? ਨਹੀਂ ਸਟੇਟਮੈਂਟ ਬਾਜ਼ੀ ਨਹੀਂ ਹੈ, ਰੀਅਲ ਥਿੰਗ ਹੈ ਇਹ, ਕਿਉਂਕਿ ਇਹ ਫਿਸਕਲ ਇਰਰਿਸਪੌਂਸਿਬਿਲਿਟੀ ਕਿਹਾ ਜਾ ਸਕਦਾ ਕਿ ਤੁਸੀਂ ਜਿਹੜੀਆਂ ਫਿਊਚਰ ਆਉਣ ਵਾਲੀਆਂ ਸਰਕਾਰਾਂ ਨੇ ਫਿਊਚਰ 'ਚ ਉਹਨਾਂ ਦੇ ਵਾਸਤੇ ਪ੍ਰੋਬਲਮ ਖੜੀ। ਸਰ ਹਰ ਕਰਜ਼ੇ ਦਾ ਸਾਲ ਅਗਲੇ ਸਾਲਾਂ ਦੀ ਸਰਕਾਰ ਲਈ ਕੁਝ ਮੁਸੀਬਤ ਖੜਾ ਕਰਦਾ ਜਾ ਰਿਹਾ। ਇਹੀ ਹਾਲ ਕਾਰਪੋਰੇਟਸ ਦਾ ਸੀਗਾ। ਜੇ ਤੁਸੀਂ ਕਰਜ਼ਾ ਅੱਗੇ ਦੀ ਅੱਗੇ ਪਾਈ ਚੱਲੋ ਤੇ ਉਹਦਾ ਵਿਆਜ ਲਈ ਮੈਂ ਥੋੜਾ ਜਿਹਾ ਕਰਜ਼ਾ ਲਈ ਜਾਵਾਂ ਤੇ ਡੈਪਟ ਸਰਵਿਸਿੰਗ ਕਰਦਾ ਰਵਾਂ, ਇਵੈਂਚੁਅਲੀ ਇੱਕ ਦਿਨ ਸਭ ਇਸੇ ਆਸ ਨਾਲ ਬੈਠੇ ਹੋਣਗੇ। ਮੈਂ ਇਹ ਸੋਚ ਰਿਹਾ ਵੀ ਇੱਕ ਦਿਨ ਸੈਂਟਰ ਲਕੀਰ ਫੇਰ ਦੇਗਾ, ਇੱਕ ਦਿਨ ਸਲੇਟ ਸਾਫ਼ ਹੋ ਜਾਏਗੀ। ਇਜ਼ ਦੈਟ ਪੋਸੀਬਲ? ਪੰਜਾਬ ਗਵਰਨਮੈਂਟ ਦਾ ਬਜਟ ਹੈ ਨਾ, ਬਜਟਡ ਫਿਗਰ ਨੇ, ਇਹ ਕਿਹੜੀਆਂ ਇਹਨਾਂ ਨੇ ਐਕਚੁਅਲੀ ਇੰਪਲੀਮੈਂਟ ਕਰਨੀਆਂ ਨੇ, ਕਿਉਂਕਿ ਬਜਟ ਦੀ ਇੱਕ ਹੋਰ ਲੌਜਿਕ ਹੈ। ਬਜਟ ਦੀਆਂ 3 ਫਿਗਰਸ ਹੁੰਦੀਆਂ। ਹੁਣੇ ਤੁਸੀਂ ਚੁੱਪਚਾਪ ਜੇ ਸਰਕਾਰ ਨੂੰ ਗਾਲ ਕੱਢ ਕੇ ਬੇਈਮਾਨ ਕਹਿ ਦਿੱਤਾ। ਨਹੀਂ ਕੋਈ ਬਜਟਡ ਫਿਗਰ ਨੇ ਕਿਹੜਾ ਇਹਨਾਂ ਨੇ ਇੰਪਲੀਮੈਂਟ ਕਰਨੀਆਂ ਨੇ? ਠੀਕ ਹੈ, ਸਰਕਾਰਾਂ ਬੇਈਮਾਨ ਹੈਗੀਆਂ ਨੇ, ਆ ਉੱਪਰ ਦੀ ਹੈ, ਐਵੇਂ ਅਸੀਂ ਬੈਠੇ ਆ। ਜਿਹੜਾ ਹਰ ਸਾਲ ਜਦੋਂ ਬਜਟ ਪੇਸ਼ ਹੁੰਦਾ ਨਾ, ਉਹ ਤਾਂ ਬਜਟਡ ਫਿਗਰ ਦਿੰਦੇ ਆ, ਉਹਦੇ ਨਾਲ ਰਿਵਾਈਜ਼ਡ ਫਿਗਰ ਦਿੰਦੇ ਆ, ਪਿਛਲੇ ਸਾਲ ਐਕਚੁਅਲੀ ਕਿੰਨਾ ਖਰਚ ਕੀਤਾ। ਉਸ ਤੋਂ 2 ਸਾਲ ਬਾਅਦ ਉਹ ਆਡਿਟਡ ਅਕਾਊਂਟਸ ਵਾਲੀਆਂ ਫਿਗਰ ਹੁੰਦੀਆਂ ਨੇ, ਉਹ ਅਸਲੀ ਫਿਗਰ ਹੁੰਦੀ ਆ। ਸੋ ਇਹ ਜਿਹੜਾ ਤੁਹਾਨੂੰ ਪਤਾ ਲੱਗਣਾ ਤੀਜੇ ਸਾਲ ਬਾਅਦ ਕਿ ਕਿੰਨਾ ਨੇ ਖਰਚ ਕੀਤਾ ਹੈਗਾ। ਸੋ ਬਹੁਤ ਵਾਰੀ ਨਾਅਰੇ ਦੇ ਕੇ, ਸਲੋਗਨ ਦੇ ਕੇ ਪੈਸੇ ਐਲੋਕੇਟ ਕਰਦੇ ਨੇ, ਰਿਲੀਜ਼ ਨਹੀਂ ਪੈਸੇ ਕਰਦੇ। ਸੋ ਇਸ ਕਰਕੇ ਇਹ ਜਿਹੜੀ ਲੌਜਿਕ ਹੈ ਬਜਟ ਦੀ, ਇਹ ਵੀ ਸਮਝਣ ਦੀ ਜ਼ਰੂਰਤ। ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ। ਇਹ ਰਕਮਾਂ ਐਡੀਆਂ ਵੱਡੀਆਂ ਹੁੰਦੀਆਂ ਨੇ, ਮੈਂ ਇੰਨੇ ਪੈਸੇ ਕਦੀ ਇਕੱਠੇ ਦੇਖੇ ਨਹੀਂ। ਤੁਹਾਨੂੰ ਸੱਚੀ ਦੱਸਾਂ, ਮੈਂ ਤੇ 1 ਕਰੋੜ ਰੁਪਈਆ ਨਹੀਂ ਕਦੀ ਇਕੱਠਾ ਵਿਆਹ ਦੇਖਿਆ। ਗੱਲਾਂ ਦੇ ਇਹਦੇ 'ਚ ਤਾਂ ਹਜ਼ਾਰਾਂ ਕਰੋੜਾਂ ਦੀਆਂ ਗੱਲਾਂ ਨੇ। ਧਿਆਨ ਨਾਲ ਮੈਂ ਸਮਝਦਾ ਕੱਲੀ ਮਦਦ ਦੇ ਉੱਤੇ। ਪ੍ਰੈਜ਼ੈਂਟ ਬਜਟ ਹੈ ਪੰਜਾਬ ਗਵਰਨਮੈਂਟ ਦਾ, ਉਹਦਾ 42% ਕਰਜ਼ੇ ਦਾ ਵਿਆਜ ਤੇ ਕਰਜ਼ੇ ਦੀਆਂ ਕਿਸ਼ਤਾਂ ਮੋੜਨ ਜਾਣਾ ਹੈ, ਜਿਹੜਾ ਬਜਟ ਵੱਡਾ ਸਾਰਾ ਲੱਗ ਰਿਹਾ। ਸੋ ਅੱਧਾ ਕਰਜ਼ਾ ਤਾਂ ਪਿਛਲਾ ਜਿਹੜਾ ਪੁਰਾਣਾ ਕਰਜ਼ਾ ਲਿਆ ਹੋਇਆ ਹੈ, ਅੱਧਾ ਤਾਂ ਸਾਡਾ ਬਜਟ ਉਹਦੇ ਤੇ ਹੀ ਲੱਗ ਜਾਣਾ। ਹਾਂ ਬਿਲਕੁਲ, ਇਹਦੀ ਸਰਵਿਸਿੰਗ ਦੇ ਉੱਤੇ ਹੀ। ਤੋ ਬਜਟ ਬਹੁਤ ਵੱਡਾ ਲੱਗਦਾ ਹੈ, ਲੇਕਿਨ ਉਹਦੀ ਕਿੱਥੇ ਜਾ ਰਿਹਾ ਹੈਗਾ, ਇਹ ਬਹੁਤ ਇੰਪੋਰਟੈਂਟ ਹੈ। ਬ੍ਰੇਕ ਤੋਂ ਬਾਅਦ ਜਿਹੜੇ ਵੱਡੇ ਕਰੋੜਾਂ ਵਾਲੀਆਂ ਰਕਮਾਂ ਹੁੰਦੀਆਂ ਨੇ, ਉਹ ਸਮਝਦੇ ਹਾਂ ਕਿ ਐਕਚੁਅਲੀ ਬਹੁਤ ਜ਼ਿਆਦਾ ਸਮਝਣ ਦੀ ਲੋੜ ਨਹੀਂ ਹੈਗੀ। ਸਵਾਲ ਬੜਾ ਸਿੰਪਲ ਜਿਹਾ ਹੈ। ਇੱਕ ਤਾਂ ਉਹ ਵਾਲੀ ਸਮਝ ਹੈ ਜਿਹਦੇ 'ਚ ਵਾਹਿਗੁਰੂ ਨੇ ਸਭ ਕੁਝ ਕਰਨਾ ਜੋ ਕਰਨਾ, ਤੇ ਬਜਟ ਦਾ ਤੇ ਕੁਝ ਹੁੰਦਾ ਹੀ ਨਹੀਂ।
ਉਸ ਸਮਝ ਦੇ ਵੱਲ ਜਾਵਾਂਗੇ ਤਾਂ ਫਿਰ ਤਾਂ ਸਾਨੂੰ ਇਹਨਾਂ ਪੋਲੀਟੀਸ਼ੀਅਨਸ ਦੇ ਨਾਲ ਕਿਸੇ ਕਿਸਮ ਦਾ ਇੱਟ ਖੜਕਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਪਰ ਜੇ ਪੋਲੀਟੀਸ਼ੀਅਨਸ ਦੇ ਇਹਨਾਂ ਬਜਟਸ ਦੀਆਂ ਰਕਮਾਂ ਦੇ ਵਿੱਚ ਸਾਡੀਆਂ ਤੁਹਾਡੀਆਂ ਜ਼ਿੰਦਗੀਆਂ ਦੇ ਫੈਸਲੇ ਹੋ ਰਹੇ ਨੇ ਤਾਂ ਫਿਰ ਬ੍ਰੇਕ ਤੋਂ ਬਾਅਦ ਆ ਕੇ ਗੱਲ ਕਰਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਚਰਚਾ ਕਰ ਰਹੇ ਹਾਂ ਜਿਸ ਕਿਸਮ ਦਾ ਬਜਟ ਪੰਜਾਬ ਦਾ ਆਇਆ, ਤੇ ਪੰਜਾਬ ਦਾ ਬਜਟ ਹੀ ਕਿਉਂ, ਇਹ ਦਿੱਲੀ ਦਾ ਵੀ ਬਜਟ ਆਇਆ, ਉਹਨਾਂ ਦਾ ਬਿੱਲਾ ਹੋ ਰਿਹਾ ਬਜਟ ਦਾ, ਦੇਸ਼ ਭਗਤੀ ਦਾ ਬਜਟ ਆਇਆ, ਤੇ ਸਾਡੇ ਗੁਆਂਢ ਹਰਿਆਣੇ ਦਾ ਵੀ ਬਜਟ ਆ ਗਿਆ। ਇਹ ਬਜਟ ਸਾਡੀਆਂ ਜ਼ਿੰਦਗੀਆਂ ਦੇ ਨਾਲ ਕੀ ਕਰਦੇ ਨੇ ਤੇ ਕੀ ਇਹਨਾਂ ਦੇ ਵਿੱਚ ਕੀਤਾ ਜਾਵੇ ਕਿ ਅਸੀਂ ਥੋੜਾ ਜ਼ਿਆਦਾ ਸੁੱਖ ਨਾਲ ਸਾਹ ਲੈ ਸਕੀਏ। ਸਾਡੇ ਨਾਲ ਚਰਚਾ ਵਿੱਚ ਸ਼ਾਮਲ ਨੇ ਡਾਕਟਰ ਸੁੱਚਾ ਸਿੰਘ ਗਿੱਲ ਜੀ ਅਤੇ ਪਰਮਜੀਤ ਸਿੰਘ ਜੀ, ਦੋਨੋਂ ਆਰਥਿਕਤਾ ਦੇ ਮਾਹਿਰ ਨੇ। ਡਾਕਟਰ ਸੁੱਚਾ ਸਿੰਘ ਗਿੱਲ ਜੀ, ਅਸੀਂ ਆਮ ਤੌਰ ਤੇ ਹੱਸਦੇ ਹੁੰਦੇ ਹਾਂ ਕਿ ਇਕਨੋਮਿਕਸ ਦਰਅਸਲ ਜਿਹੜੀ ਅਰਥ ਸ਼ਾਸਤਰ ਹੈ ਇਹ ਸੀਰੀਅਸ ਸਬਜੈਕਟ ਹੈ। ਇਹ ਅਰਥ ਸ਼ਾਸਤਰੀਆਂ ਕੋਲ ਨਹੀਂ ਛੱਡਣਾ ਚਾਹੀਦਾ, ਤੁਹਾਡੇ ਵਰਗਿਆਂ ਕੋਲ ਬਹੁਤ ਮੁਸ਼ਕਿਲ ਹੋ ਜਾਂਦੀ ਹੈ। ਇਕਨੋਮਿਕਸ ਸਿਰਫ ਇਕਨੋਮਿਕਸ ਦੇ ਐਂਗਲ ਤੋਂ ਤੁਸੀਂ ਤਾਂ ਬਜਟ ਬਣਾਈ ਜਾਓਗੇ ਜੀ ਕਿ ਕਰਜ਼ਾ ਬੜਾ ਜੀ, ਅਸੀਂ ਖਰਚਾ ਨਹੀਂ ਕਰ ਸਕਦੇ, ਤੇ ਇੱਥੇ ਐਸਪੀ ਸਿੰਘ ਵਿਚਾਰਾ ਭੁੱਖਾ ਮਰ ਰਿਹਾ ਹੋਵੇਗਾ। ਪੋਲੀਟੀਸ਼ੀਅਨ ਕਹਿੰਦਾ ਐਸਪੀ ਸਿੰਘ ਦੀ ਵੋਟ ਚਾਹੀਦੀ ਆ, ਉਹ ਕਰਜ਼ੇ ਨੂੰ ਛੱਡੋ, ਇਹਨੂੰ ਰੋਟੀ ਪਾਣੀ ਦਾ ਇਹਦਾ ਪ੍ਰਬੰਧ ਕਰੋ। ਵਿਚਕਾਰ ਜਿਹਦਾ ਇੱਕ ਜਿਹੜਾ ਤਰੀਕਾ ਹੁੰਦਾ ਉਹ ਤਾਂ ਨੈਚੁਰਲੀ ਕਿਸੇ ਦਾ ਯੂਟੋਪੀਅਨ ਤਰੀਕਾ ਨਹੀਂ ਹੋਏਗਾ। ਫਿਰ ਵੀ ਇੰਝ ਲੱਗਦਾ ਵੀ ਜਦੋਂ ਇਹ ਕਹਿ ਰਹੇ ਨੇ ਵੀ ਜਿਹੜਾ 5ਵਾਂ ਬਜਟ ਹੁੰਦਾ ਨਾ ਉਹ ਪਲੀਜ਼ ਆਲ ਤੇ ਬੈਨੀਫਿਟ ਨਨ ਵਾਲਾ ਹੁੰਦਾ, ਵੀ ਸਾਰੇ ਖੁਸ਼ ਹੋਣ ਭਾਵੇਂ ਕਿਸੇ ਨੂੰ ਮਿਲੇ ਜਾਂ ਨਾ ਮਿਲੇ। ਫਿਰ ਮੈਨੂੰ ਲੱਗਦਾ 5ਵਾਂ ਬਜਟ ਸ਼ਾਇਦ ਇਕਨੋਮਿਸਟਾਂ ਨੂੰ ਦੇ ਦੇਣਾ ਚਾਹੀਦਾ ਵੀ ਇਹਨਾਂ ਤੋਂ ਬਚਾਵੇ ਰੱਬ। ਜੇ ਤੁਹਾਡੇ ਹੱਥ ਆ ਜਾਵੇ ਬਜਟ, ਟੈਲ ਮੀ ਵਨ ਥਿੰਗ ਕਿ ਇਹ ਕਰ ਦਿੱਤਾ ਜਾਵੇ ਤਾਂ ਪੰਜਾਬ ਲਈ ਸਭ, ਕਿਉਂਕਿ ਇਟਸ ਅ ਕੁਐਸਚਨ ਆਫ ਬੈਲੈਂਸਿੰਗ ਦਾ ਰਿਸੋਰਸਿਸ ਨਾ, ਹੈ ਤੇ ਸਾਡੇ ਕੋਲ ਸਰਮਾਇਆ ਤੇ ਉਨਾ ਹੀ ਹੈ ਸਾਲ ਭਰ ਖਰਚਣ ਲਈ। ਤੁਸੀਂ ਕਿਹੜੀ ਚੀਜ਼ ਤੇ ਖਰਚਣਾ ਹੈ ਤੇ ਕਿਹਦਾ ਕੱਟਣਾ ਹੈ, ਫੈਸਲਾ ਤਾਂ ਬਜਟ ਇਹੀ ਕਰਦਾ। ਤੁਸੀਂ ਕਿਹੜੀ ਚੀਜ਼ ਦੇ ਉੱਤੇ ਖਰਚੋਗੇ। ਮਤਲਬ ਮੈਨੂੰ ਤਾਂ ਐਂ ਲੱਗਦਾ ਹੈ ਵੀ ਕੋਈ ਚੰਗਾ ਪੋਲੀਟੀਸ਼ੀਅਨ ਜਿਹਨੇ ਰਾਜ ਸੱਤਾ 'ਚ ਆਉਣਾ, ਦੁਬਾਰਾ ਵੋਟਾਂ ਲੈਣੀਆਂ ਨੇ, ਉਹ ਕਹੇਗਾ ਦਿਓ ਲੋਕਾਂ ਨੂੰ ਫ੍ਰੀ ਐਜੂਕੇਸ਼ਨ, ਦਿਓ ਲੋਕਾਂ ਨੂੰ ਫ੍ਰੀ ਹੈਲਥ, ਕਿਸੇ ਨੂੰ ਚਿੰਤਾ ਨਾ ਹੋਵੇ ਘਰ ਦਾ ਕੋਈ ਬਿਮਾਰ ਹੋ ਜਾਵੇ, ਜਿੰਨਾ ਮਰਜ਼ੀ ਮਹਿੰਗਾ ਇਲਾਜ ਹੋਵੇ, ਜਦ ਸਾਡੇ ਕੋਲ ਇਲਾਜ ਹੈ, ਵਿਗਿਆਨ ਹੈ ਤੇ ਪੈਸਾ ਫਿਰ ਸਟੇਟ ਇਹਦੇ ਤੇ ਖਰਚੇਗੀ। ਵਿਲ ਦੈਟ ਨਾਟ ਵਿਨ ਵੋਟਸ? ਇਹਦੇ ਨਾਲ ਰਾਜ ਸੱਤਾ ਦੁਬਾਰਾ ਨਹੀਂ ਆ ਜਾਏਗੀ ਤੇ ਪੋਲੀਟੀਸ਼ੀਅਨ ਇਹ ਕਿਉਂ ਨਹੀਂ ਕਰਦਾ? ਦੇਖੋ ਗੱਲ ਇਹ ਆ ਕਿ ਬਜਟ ਜਿਹੜਾ ਹੈ, ਬਜਟ ਦੀਆਂ ਐਲੋਕੇਸ਼ਨ ਜਿਹੜੀਆਂ ਨੇ, ਇਹ ਇਕਨੋਮਿਕ ਕੁਐਸਚਨ ਨਹੀਂ ਹੈ। ਇਟਸ ਆਲਵੇਜ਼ ਅ ਪੋਲੀਟੀਕਲ ਕੁਐਸਚਨ ਕਿ ਕਿਸ ਸੈਕਸ਼ਨ ਦੇ ਉੱਤੇ ਜਿਹੜਾ ਟੈਕਸ ਲਾਉਣਾ ਹੈ, ਕਿਸ ਸੈਕਸ਼ਨ ਤੋਂ ਟੈਕਸ ਰਿਗਰਸਲੀ ਕਲੈਕਟ ਕਰਨਾ ਤੇ ਕਿਸ ਸੈਕਸ਼ਨ ਦੇ ਵਾਸਤੇ ਖਰਚ ਕਰਨਾ। ਤੁਸੀਂ ਜਿਹੜਾ ਤੁਹਾਡਾ ਨਜ਼ਰੀਆ ਵੈਲਫੇਅਰ ਸਟੇਟ ਵਾਲਾ ਹੈ ਕਿ ਅਮੀਰਾਂ ਤੇ ਟੈਕਸ ਲਾਓ, ਜਿਨ੍ਹਾਂ ਕੋਲ ਟੈਕਸੇਬਲ ਕੈਪੈਸਿਟੀ ਆ, ਉਹਨਾਂ ਤੋਂ ਖਰਚ ਕਰਕੇ ਹੈਲਥ, ਐਜੂਕੇਸ਼ਨ, ਇੰਪਲਾਇਮੈਂਟ ਵਿੱਚ ਪੈਸਾ ਖਰਚ ਲਾਓ ਤਾਂ ਕੋਈ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਉਹ ਬਿਹਤਰ ਹੋਵੇ ਔਰ ਲੋਕ ਜਿਹੜੇ ਨੇ ਡਿਵੈਲਪਮੈਂਟ ਦੇ ਪ੍ਰੋਸੈਸ ਵਿੱਚ ਪਾਰਟਨਰ ਬਣਨ। ਇਹ ਨਜ਼ਰੀਆ ਹੈਗਾ ਵੈਲਫੇਅਰ ਸਟੇਟ ਦਾ। ਪਰ ਸਾਡੀ ਜਿਹੜੀ ਸਟੇਟ ਹੈ ਇਸ ਵੇਲੇ, ਭਾਵੇਂ ਕੇਂਦਰ ਦੀ ਆ ਤੇ ਭਾਵੇਂ ਸੂਬੇ ਦੀ ਸਰਕਾਰ ਆ, ਇਹ ਅਪਣਾਈਆਂ ਨੇ ਨਿਓ ਲਿਬਰਲ ਪਾਲਿਸੀ ਨੂੰ। ਇਹ ਜਿਨ੍ਹਾਂ ਲੋਕਾਂ ਤੋਂ ਟੈਕਸ ਇਕੱਠੇ ਕਰਨੇ ਚਾਹੀਦੇ, ਜਿਵੇਂ ਪੰਜਾਬ 'ਚ ਰੌਲਾ ਪੈਂਦਾ ਕਿ ਜਿੱਥੋਂ ਟੈਕਸ ਇਕੱਠੇ ਕਰਨੇ ਨੇ ਉੱਥੇ ਤੁਸੀਂ ਟੈਕਸ ਹੀ ਨਹੀਂ ਇਕੱਠਾ ਕਰ ਰਹੇ। ਫਾਰ ਇੰਸਟੈਂਸ ਕਿ ਲੁਧਿਆਣੇ ਦੇ ਵਿੱਚ 4 ਲੱਖ ਹਾਊਸ ਹੋਲਡ ਨੇ। ਡਰੋਨ ਸਰਵੇ ਸਿੱਧੂ ਨੇ ਕਰਾਇਆ ਸੀਗਾ ਜਦੋਂ ਰੂਲਡ ਮਿਨਿਸਟਰ ਸੀਗਾ ਅਰਬਨ ਏਰੀਆ ਦਾ। ਸਾਨੂੰ ਡਰੋਨ ਨਾਲ ਪਤਾ ਲੱਗਦਾ ਵੀ ਟੋਟਲ ਕਿੰਨੇ ਘਰ ਹੈਗੇ ਨੇ? ਹਾਂ, ਤੁਸੀਂ ਮਾਰਕ ਸਰਕਾਰ ਦੀ ਡਾਟਾ ਕੀਪਿੰਗ ਦਾ ਹਾਲ ਹੈ। ਇੰਡੀਵਿਜੂਅਲੀ ਤੁਸੀਂ ਪਹਿਲਾਂ ਮਾਰਕ ਕਰ ਲੈਂਦੇ ਘਰਾਂ ਨੂੰ, ਫਿਰ ਉੱਤੋਂ ਪਿਕਚਰ ਲੈਂਦੇ ਜੇ। ਠੀਕ ਹੈ। ਤੇ 4 ਲੱਖ ਤੋਂ ਵੱਧ ਘਰ ਨੇ, ਲੇਕਿਨ ਜਿਹੜੇ ਹਾਊਸ ਟੈਕਸ ਪੇ ਕਰ ਰਹੇ ਨੇ ਉਹ 96,000 ਨੇ। ਸੋ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਤੇ ਟੈਕਸ ਨਹੀਂ ਲਾਇਆ ਜਾਂਦਾ। ਇਸੇ ਤਰ੍ਹਾਂ ਜਿਹੜੇ ਰੇਤਾ ਬੱਜਰੀ ਬਾਰੇ ਹਮੇਸ਼ਾ ਪੰਜਾਬ 'ਚ ਰੌਲਾ ਪੈਂਦਾ ਰਹਿੰਦਾ ਹੈ, ਸ਼ਰਾਬ ਦੇ ਠੇਕਿਆਂ ਦੀ ਗੱਲ ਹੁੰਦੀ ਰਹਿੰਦੀ ਹੈ, ਰੀਅਲ ਸਟੇਟ ਵਾਲੇ ਜਿਹੜੇ ਨੇ ਉਹ ਰਜਿਸਟਰੀਆਂ ਨਹੀਂ ਠੀਕ ਤਰ੍ਹਾਂ ਕਰਾਉਂਦੇ। ਸੋ ਜਿਹੜੇ ਇਹਨਾਂ ਦੇ ਆਪਣੇ ਸੋਰਸ ਵੀ ਨੇ, ਉਹਨਾਂ ਨੂੰ ਕਿਉਂਕਿ ਉਹ ਫੰਡਿੰਗ ਕਰਦੇ ਨੇ ਇਲੈਕਸ਼ਨ ਦੀ, ਇਸ ਕਰਕੇ ਉਹਨਾਂ ਨੂੰ ਕੰਸੈਸ਼ਨ ਦਿੰਦੇ ਰਹਿੰਦੇ ਨੇ ਤੇ ਫਿਰ ਭਾਰ ਜਿਹੜਾ ਅਲਟੀਮੇਟਲੀ ਆਮ ਲੋਕਾਂ ਤੇ ਪੈ ਜਾਂਦਾ ਹੈ। ਫਿਰ ਇਹਨਾਂ ਦੀ ਇਹ ਮਜਬੂਰੀ ਬਣ ਜਾਂਦੀ ਹੈ ਕਿ ਜੇ ਟੈਕਸ ਨਹੀਂ ਇਕੱਠਾ ਕਰਨਾ ਤੇ ਫਿਰ ਖਰਚਾ ਕਿੱਥੇ ਕਰਨਾ? ਫਿਰ ਕਰਜ਼ਾ ਲੈ ਕੇ ਕਰੋਗੇ, ਕਰਜ਼ਾ ਲੈ ਕੇ ਕਰੋਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਬਲਮ ਖੜੀਆਂ ਹੋ ਜਾਣਗੀਆਂ। ਇਸ ਜਿਹੜੇ ਵਿਸ਼ੇਸ਼ ਸਰਕਲ ਦੇ ਵਿੱਚ ਸਾਰੀਆਂ ਸਟੇਟ ਗਵਰਨਮੈਂਟਾਂ ਪੈ ਗਈਆਂ ਨੇ। ਪਰ ਪਰਮਜੀਤ ਜੀ, ਜੇ ਤੁਸੀਂ ਪੋਲੀਟੀਕਲ ਇਕਨੋਮੀ ਦੇ ਸਵਾਲ ਨਾਲ ਕਰਦੇ ਹੋ ਸੰਘਰਸ਼, ਜੇ ਬੁਰੇ ਤਰੀਕੇ ਨਾਲ ਬਜਟਿੰਗ ਕਰਕੇ, ਪੋਪੂਲਿਸਟ ਸਕੀਮਾਂ ਚਲਾ ਕੇ, ਸਰਮਾਏਦਾਰਾਂ ਦੇ ਕਹਿਣ ਤੇ ਬਜਟ ਐਕਸਰਸਾਈਜ਼ ਕਰਨ ਤੋਂ ਬਾਅਦ ਵੀ ਲਗਾਤਾਰ ਸਰਕਾਰਾਂ ਵਾਪਸ ਆਉਂਦੀਆਂ ਰਹਿੰਦੀਆਂ ਨੇ, ਸਰਕਾਰਾਂ ਬਣਦੀਆਂ ਰਹਿੰਦੀਆਂ ਨੇ, ਫਿਰ ਸੈਂਸੀਬਲ ਇਕਨੋਮਿਕ ਮੈਨੇਜਮੈਂਟ ਲਈ ਇਨਸੈਂਟਿਵ ਕੀ ਹੈ? ਕੋਈ ਕਿਉਂ ਅਜਿਹਾ ਕਰੇਗਾ? ਪਹਿਲਾਂ ਤਾਂ ਜਿਹੜਾ ਸਰ ਨੇ ਵੀ ਦੱਸਿਆ ਕਰਜ਼ੇ ਦੀ ਗੱਲ ਹੈ, ਬਈ ਜੇ ਤੁਸੀਂ ਉਹਨੂੰ ਐਕਚੁਅਲੀ ਦੇਖੋ ਬਜਟ ਨੂੰ ਤਾਂ 1,38,000 ਕਰੋੜ ਦਾ ਬਜਟ ਹੈ ਤੇ ਉਹਦੇ ਵਿੱਚੋਂ 38,000 ਕਰੋੜ ਤੁਸੀਂ ਆਪਣਾ ਜਿਹੜਾ ਡੈਟ ਦੇ ਦੇਣਾ ਤੇ 1,000 ਕਰੋੜ ਦਾ ਤੁਹਾਡੇ ਕੋਲੇ ਬਜਟ ਹੈ, ਐਕਚੁਅਲ ਬਜਟ ਇੰਨਾ ਜਿਹੜਾ ਲੋਕਾਂ ਤੱਕ ਪਹੁੰਚੇਗਾ। ਤੇ ਪਹੁੰਚੇਗਾ ਵੀ, ਜੇ ਨਹੀਂ ਪਹੁੰਚੇਗਾ ਉਹ ਆਪਾਂ ਗੱਲ ਕਰ ਚੁੱਕੇ ਹਾਂ। ਦੂਜੀ ਗੱਲ ਜਿਹੜੀ ਮੈਂ ਡੈਟ ਦੇ ਬਾਰੇ ਚ ਕਹਿਣਾ ਕਿ ਡੈਟ ਕਦੇ ਵੀ ਮਾੜਾ ਨਹੀਂ ਹੁੰਦਾ
ਉਹਦਾ ਯੂਜ਼ ਤੁਸੀਂ ਕਿਵੇਂ ਕਰਦੇ ਹੋ ਉਹ ਡਿਟਰਮਿਨ ਕਰਦਾ। ਤੁਸੀਂ ਕੇਨਜ਼ੀਅਨ ਮੈਕਰੋ ਇਕਨੋਮਿਕਸ ਪੜ੍ਹਦੇ ਹੋ, ਉਹ ਕਹਿੰਦਾ ਵੀ ਡੈਟ ਨੂੰ ਤੁਸੀਂ ਯੂਜ਼ ਕਿਵੇਂ ਕਰਦੇ ਹੋ। ਫਾਰ ਐਗਜ਼ਾਮਪਲ ਆਪਾਂ ਡੈਟ ਲੈ ਕੇ ਕੰਜ਼ੰਪਸ਼ਨ ਕਰ ਲਈ, ਜਾਂ ਗਵਰਨਮੈਂਟ ਨੇ ਆਪਣੇ ਜਿਹੜੇ ਵਿਆਹ ਸ਼ਾਦੀ ਤੇ ਉਡਾਤਾ ਤਾਂ ਗੱਲ ਲੱਗ ਗਿਆ, ਪੋਪੂਲਿਸਟ ਮੈਜਰਸ ਕਰਨ ਲਈ, ਜਾਂ ਤੁਸੀਂ ਉਹਨੂੰ ਇਨਵੈਸਟ ਕਰੋ। ਸਟੇਟ 'ਚ ਜਿਹੜਾ ਡੈਟ ਹੈ ਉਹ ਇੰਪਲੋਇਮੈਂਟ ਜਨਰੇਸ਼ਨ ਲਈ ਯੂਜ਼ ਕੀਤਾ ਜਾਏ, ਡਿਵੈਲਪਮੈਂਟਲ ਪ੍ਰੋਜੈਕਟਸ ਲਈ ਯੂਜ਼ ਕੀਤਾ ਜਾਏ, ਤਾਂ ਉਹ ਡੈਟ ਐਸੈਟ ਬਣ ਜਾਂਦਾ। ਇਹ ਕਹਿ ਰਹੇ ਨੇ ਵੀ ਜਦੋਂ ਸਰਕਾਰਾਂ ਨੇ ਆਪਣਾ ਰੈਵਨਿਊ ਵਧਾਉਣਾ ਹੁੰਦਾ ਤੇ ਉਹ ਅਮੀਰਾਂ ਦੇ ਉੱਤੇ ਟੈਕਸ ਨਹੀਂ ਲਾਉਂਦੀਆਂ। ਰੈਵਨਿਊ ਵਧਾਉਣ ਦੇ ਤਾਂ ਕਈ ਤਰੀਕੇ ਨੇ, ਮਤਲਬ ਮੈਂ ਇਹ ਚਾਹੁੰਦਾ ਕਿ ਸੂਬਾ ਤਰੱਕੀ ਕਰੇ ਤਾਂ ਮੈਂ ਲੋਕਾਂ ਦੀ ਹੈਲਥ ਉੱਤੇ ਇਨਵੈਸਟ ਕਰਾਂਗਾ, ਘੱਟ ਲੋਕ ਬਿਮਾਰ ਹੋਣਗੇ, ਮੈਂ ਐਜੂਕੇਸ਼ਨ ਦੇ ਉੱਤੇ ਇਨਵੈਸਟ ਕਰਾਂਗਾ, ਜ਼ਿਆਦਾ ਲੋਕ ਪੜ੍ਹਨ ਲਿਖਣਗੇ, ਜ਼ਿਆਦਾ ਬੱਚੇ ਮੇਰੇ ਨੌਲੇਜ ਇਕਨੋਮੀ ਦੇ ਵਿੱਚ ਜਾਣਗੇ, ਜ਼ਿਆਦਾ ਮੈਂ ਕਿਸੇ ਤਰੀਕੇ ਨਾਲ ਇੱਥੇ ਆਪਣੀ ਸਟੇਟ ਨੂੰ ਅਟਰੈਕਟਿਵ ਬਣਾਵਾਂਗਾ ਕਿ ਇੱਥੇ ਇਨਵੈਸਟਮੈਂਟ ਆਵੇ, ਜ਼ਿਆਦਾ ਨੂੰ ਰੋਜ਼ਗਾਰ ਮਿਲੇਗਾ। ਤੁਸੀਂ ਨਾਗਰਿਕ ਦੇ ਉੱਤੇ ਇਨਵੈਸਟ ਕਰਦੇ ਹੋ ਤਾਂ ਨਾਗਰਿਕ ਜ਼ਿਆਦਾ ਕਮਾਉਣ ਵਾਲਾ ਬਣਦਾ, ਜ਼ਿਆਦਾ ਮਿਹਨਤ ਕਰਨ ਵਾਲਾ ਬਣਦਾ। ਇਹ ਵੀ ਤਾਂ ਆਮਦਨ ਵਧਾਉਣ ਦਾ ਇੱਕ ਤਰੀਕਾ ਹੈ ਜੀ। ਮਤਲਬ ਜਿਹੜਾ ਤੁਸੀਂ ਇਹ ਗੱਲ ਦੱਸੀ ਬਿਲਕੁਲ ਸਹੀ ਹੈ ਕਿ ਜਿਹੜਾ ਤੁਸੀਂ ਜਦੋਂ ਬਜਟ ਪਾਸ ਕਰਨਾ ਹੁੰਦਾ ਤਾਂ ਬਜਟ ਲੋਕਾਂ ਨਾਲ ਸਿੰਪੈਥੀ ਰੱਖ ਕੇ ਨਹੀਂ ਪਾਸ ਕਰਨਾ ਹੁੰਦਾ, ਰਾਦਰ ਤੁਸੀਂ ਉਹਨਾਂ ਦੀਆਂ ਕੈਪੇਬਿਲਿਟੀਜ਼ ਜਨਰੇਟ ਕਰਨੀਆਂ ਹੁੰਦੀਆਂ ਨੇ। ਅੱਛਾ, ਕੱਲੀ ਹਮਦਰਦੀ ਨਾਲ ਨਹੀਂ, ਹਮਦਰਦੀ ਨਾਲ ਉਹਦਾ ਕੋਈ ਹੱਲ ਨਹੀਂ ਪ੍ਰੋਬਲਮ ਦਾ। ਤੁਸੀਂ ਅੱਜ ਉਹਦਾ ਹਮਦਰਦੀ ਨਾਲ ਤਾਂ ਪੈਨਸ਼ਨ ਮਰੀ ਦੁਗਣੀ ਕਰ ਦੋਗੇ, 7.5 ਤੋਂ 1500 ਰੁਪਏ ਘੱਟੋ ਘੱਟ ਲੋਕਾਂ ਨੂੰ ਕੈਪੇਬਲ ਬਣਾਓ। ਉਹ ਕੈਪੇਬਿਲਿਟੀਜ਼ ਜਨਰੇਟ ਕਰਨ ਵਾਲਾ ਬਜਟ ਹੋਣਾ ਚਾਹੀਦਾ, ਜਾਂ ਡਿਵੈਲਪਮੈਂਟਲ ਓਰੀਐਂਟ ਬਜਟ ਹੋਣਾ ਚਾਹੀਦਾ ਜਿਹਦੇ ਵਿੱਚ ਲੋਕ ਇੰਨਾ ਕੁ ਕੌਨਫੀਡੈਂਟ ਤੇ ਕੈਪੇਬਲ ਮਹਿਸੂਸ ਕਰਨ। ਕੀ ਸਟੇਟ ਅਜਿਹਾ ਕਰ ਸਕਦੀ ਹੈ? ਕਿਉਂਕਿ ਡਾਕਟਰ ਸਾਹਿਬ ਕਹਿ ਰਹੇ ਨੇ ਕਿ ਜੇ ਸੈਂਟਰ, ਸਾਡੀ ਜਿਹੜੀ ਡੀਪ ਸਟੇਟ ਹੈ, ਜੇ ਉਹ ਨਿਓ ਲਿਬਰਲ ਪਾਲਿਸੀਜ਼ ਨੂੰ ਪਰਨਾਈ ਹੋਏਗੀ, ਜੇ ਅਸੀਂ ਸਾਮਰਾਜਵਾਦੀ ਸ਼ਕਤੀਆਂ ਦੇ ਨਾਲ ਇਸ ਤਰੀਕੇ ਨਾਲ ਜੁੜ ਚੁੱਕੇ ਹਾਂ, ਭੂਗੋਲਿਕ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਇੱਕ ਰਿਜੀਮਸ ਬਣ ਚੁੱਕੇ ਨੇ, WTO ਦੇ ਇਸ ਕਿਸਮ ਦੇ, ਅਸੀਂ IMF ਦੀ ਉਹਨਾਂ ਪਾਲਿਸੀਜ਼ ਤੋਂ ਬਹੁਤ ਜ਼ਿਆਦਾ ਇੱਧਰ ਉੱਧਰ ਨਹੀਂ ਜਾ ਸਕਦੇ, ਤਾਂ ਕੀ ਪੰਜਾਬ ਦੇ ਕੋਲ ਕੋਈ ਇਸ ਕਿਸਮ ਕੋਈ ਪ੍ਰਭੂ ਸੱਤਾ ਸੰਪੰਨ ਰਾਜ ਥੋੜੀ ਹੈ ਕਿ ਆਪਣੇ ਹੀ ਤਰੀਕੇ ਨਾਲ ਤੁਸੀਂ ਬਣਾ ਲੋਗੇ? ਇਜ਼ ਇਟ ਈਵਨ ਪੋਸੀਬਲ? ਜੇ ਹਿੰਦੁਸਤਾਨ ਵੀ ਇਸ ਕਿਸਮ ਦੇ ਵਡੇਰੇ ਸਟਰਕਚਰ ਦਾ ਇੱਕ ਹਿੱਸਾ ਬਣ ਚੁੱਕਾ ਹੈ, ਕੀ ਮੇਰੀ ਸੋਵਰੀਅਨ ਗਵਰਨਮੈਂਟ ਦੇ ਕੋਲ ਵੀ ਇੰਨੀ ਸਪੇਸ ਹੈ, ਇੰਨਾ ਰੂਮ ਫॉर ਮੈਨੂਵਰਿੰਗ ਹੈ ਕਿ ਉਹ ਇਸ ਕਿਸਮ ਦੇ ਨਾਲ ਆਪਣੇ ਲੋਕਾਂ ਲਈ ਆਪਣੀ ਸਮਝ ਅਨੁਸਾਰ ਬਜਟ ਬਣਾ ਲਵੇ? ਦੇਖੋ, ਜਿਹੜਾ ਨਿਊ ਲਿਬਰਲ ਏਜੰਡੇ ਦਾ ਇਫੈਕਟ ਹੈ ਉਹ ਬਜਟ ਤੇ ਰਹਿੰਦਾ, ਆਪਾਂ ਪਹਿਲਾਂ ਵੀ ਗੱਲ ਕੀਤੀ ਹੈ। ਪਰ ਗਵਰਨਮੈਂਟ ਕੋਲੇ ਜਿਹੜੇ ਵੀ ਰਿਸੋਰਸਸ ਨੇ ਤੁਸੀਂ ਉਹਨੂੰ ਕਿਵੇਂ ਯੂਜ਼ ਕਰਦੇ ਹੋ। ਫਾਰ ਐਗਜ਼ਾਮਪਲ ਅਗਰ ਮੈਂ ਕਹਾਂ ਕਿ ਤੁਸੀਂ ਪਹਿਲੇ 3 ਬਜਟ ਕਹਿੰਦੇ ਰਹੇ ਕਿ ਇੰਡਸਟਰੀਲਾਈਜੇਸ਼ਨ ਕਰਾਂਗੇ, ਇੰਡਸਟਰੀਲਾਈਜੇਸ਼ਨ ਹੋਣਾ ਚਾਹੀਦਾ, ਇੰਡਸਟਰੀਅਲ ਡਿਵੈਲਪਮੈਂਟ ਹੋਣੀ ਚਾਹੀਦੀ, ਉਹ ਤੁਹਾਤੋਂ ਨਹੀਂ ਹੋ ਰਹੀ। ਪਿਛਲੇ 20-25 ਸਾਲ ਤੋਂ ਆਪਾਂ ਗੱਲ ਕਰਦੇ ਆ ਰਹੇ ਪੰਜਾਬ 'ਚ। ਤੁਸੀਂ ਕਦੇ ਦੂਜਾ ਐਕਸਪੈਰੀਮੈਂਟ ਕਰਕੇ ਦੇਖੋ ਕਿ ਤੁਸੀਂ ਕੀ ਆਪਣੀ ਸੁਸਾਇਟੀ ਨੂੰ ਨੌਲੇਜ ਇਕਨੋਮੀ ਬਣਾ ਸਕਦੇ ਹੋ? ਕੀ ਤੁਸੀਂ ਪੰਜਾਬ ਨੂੰ ਇੱਥੇ ਐਜੂਕੇਸ਼ਨਲ ਹੱਬ ਬਣਾ ਦਿਓ ਪੰਜਾਬ ਨੂੰ, ਇੱਥੇ ਚੰਗੇ ਡਾਕਟਰਸ ਪ੍ਰੋਡਿਊਸ ਕਰਨ ਦੀ ਕੋਸ਼ਿਸ਼ ਕਰੋ, ਚੰਗੇ ਇੰਜੀਨੀਅਰਸ ਪ੍ਰੋਡਿਊਸ ਕਰਨ ਦੀ ਕੋਸ਼ਿਸ਼ ਕਰੋ, IT ਸੈਕਟਰ ਡਿਵੈਲਪ ਕਰਨ ਦੀ ਕੋਸ਼ਿਸ਼ ਕਰੋ, ਆਪਣੀਆਂ ਸਿਟੀਜ਼ ਨੂੰ ਬੈਂਗਲੌਰ ਟਾਈਪ ਆਫ ਸਿਟੀਜ਼ ਦੀ ਤਰ੍ਹਾਂ ਟਰਾਂਸਫਾਰਮ ਕਰਨ ਦੀ ਕੋਸ਼ਿਸ਼ ਕਰੋ। ਤੁਸੀਂ ਉਧਰ ਨੂੰ ਫੰਡਿੰਗ ਵੀ ਕਰ ਸਕਦੇ ਹੋ, ਜਾਂ ਉਵੇਂ ਦਾ ਕੋਈ ਲੌਂਗ ਟਰਮ ਤੁਹਾਡੇ ਕੋਲੇ ਵਿਜ਼ਨ ਵੀ ਹੋਣਾ ਚਾਹੀਦਾ ਕਿ ਤੁਸੀਂ ਘੱਟੋ ਘੱਟ 5 ਸਾਲਾਂ 'ਚ ਕੁਝ ਐਵੇਂ ਦੀ ਐਲੋਕੇਸ਼ਨ ਵੀ ਕਰੋ ਤਾਂ ਕਿ ਜਿਹੜੀ ਸੁਸਾਇਟੀ ਆ ਉਹਦਾ ਜਿਹੜਾ ਡਰਾਈਵਰ ਹੈ, ਜਿਹੜਾ ਗਰੋਥ ਡਰਾਈਵਰ ਹੈ, ਉਹ ਵੀ ਸ਼ਿਫਟ ਹੋ ਜੇ। ਇਜ਼ ਦੈਟ ਪੋਸੀਬਲ ਡਾਕਟਰ ਸਾਹਿਬ? ਤੇ ਜੇ ਸੰਭਵ ਹੈ ਤਾਂ ਫਿਰ ਕੀਤਾ ਕਿਉਂ ਨਹੀਂ ਜਾ ਰਿਹਾ? ਅਸੀਂ ਇਸ ਕਿਸਮ ਦੀ ਮਨਸ਼ਾ ਦੇ ਨਾਲ ਕਿਉਂ ਕਦੀ ਕਿਸੇ ਬੈਰੀਕੇਡਾਂ ਪੁੱਟ ਕੇ ਸਿੰਘੂ ਬਾਰਡਰ ਤੇ ਨਹੀਂ ਜਾ ਬੈਂਦੇ ਕਿ ਅਸੀਂ ਇਸ ਕਿਸਮ ਦਾ ਸੂਬਾ ਬਣਨਾ ਚਾਹੁੰਦੇ ਹਾਂ? ਆਫਟਰ ਆਲ ਅਸੀਂ ਅੱਜ ਐਗਰੀਕਲਚਰ ਲਈ ਵੀ ਤਾਂ ਇੱਕ ਲੜਾਈ ਲੜ ਰਹੇ ਹਾਂ। ਇੱਕ ਹਨੇਰੇ ਦੇ ਵਿੱਚ ਸਾਡੀ ਐਗਰੀਕਲਚਰ ਸੀ ਜਿਹਨੇ ਬਹੁਤ ਸਾਰੇ ਲੋਕਾਂ ਨੂੰ ਇੰਪਲੋਇਮੈਂਟ ਦਿੱਤੀ ਹੋਈ ਆ, ਉਹ ਸੈਕਟਰ ਤਬਾਹ ਹੋ ਰਿਹਾ ਸੀ, ਉਹਦੇ ਲਈ ਅਸੀਂ ਲੜ ਰਹੇ ਹਾਂ। ਤਾਂ ਕੀ ਇੱਕ ਅਜਿਹੇ ਲਾਰਜਰ ਸੁਪਨੇ ਲਈ ਵੀ ਅਜਿਹੀ ਲੜਾਈ ਵਿੱਢੀ ਜਾ ਸਕਦੀ ਹੈ? ਐਂਡ ਅਗੇਨ, ਜੇ ਇਸ ਕਿਸਮ ਦਾ ਨਿਓ ਲਿਬਰਲ ਰਿਜੀਮ ਹੈ ਤਾਂ ਉਹਦੇ ਵਿੱਚ ਕੋਈ ਸਟੇਟ ਜਾਂ ਕੋਈ ਕੰਟਰੀ ਵੀ ਇਸ ਕਿਸਮ ਦੀ ਲੜਾਈਆਂ ਅਫੋਰਡ ਕਰ ਸਕਦਾ ਹੈ? ਦੇਖੋ, ਗੱਲ ਇਹ ਹੈ ਕਿ ਵਰਸਟ ਸਿਚੁਏਸ਼ਨ ਦੇ ਵਿੱਚ ਵੀ देयर इज ਆਲਵੇਜ਼ ਸਕੋਪ ਫॉर ਇੰਪਰੂਵਮੈਂਟ। ਵਿਦਿਨ ਗਿਵਨ ਸਿਚੁਏਸ਼ਨ 'ਚ ਵੀ ਕਰ ਸਕਦੇ ਜੇ। ਜੀ, ਹੁਣ ਮੈਂ ਪੰਜਾਬ ਦਾ ਬਜਟ ਦੇਖ ਰਿਹਾ ਸੀਗਾ, ਪਿਛਲੇ ਸਾਲ ਜਿਹੜਾ 1,42,000 ਕਰੋੜ ਦਾ ਬਜਟ ਸੀਗਾ, ਉਹ 'ਚੋਂ ਇਹਨਾਂ ਨੇ ਕੈਪੀਟਲ ਐਕਸਪੈਂਡੀਚਰ 6842 ਕਰੋੜ ਕੀਤਾ। ਵੈਰੀ ਸਮਾਲ ਅਮਾਊਂਟ। ਇਹ ਟਰਨਸ ਆਊਟ ਵੀ ਕਿੰਨਾ ਬਣ ਜਾਏਗਾ? 8-10% ਬਣੇਗਾ। ਇਸੇ ਤਰ੍ਹਾਂ ਇਸ ਬਜਟ ਦੇ ਵਿੱਚ 14,000 ਕਰੋੜ ਰੱਖੇ ਨੇ। ਸੋ ਵਿਚ ਮੀਨ ਕਿ ਕੈਪੀਟਲ ਐਕਸਪੈਂਡੀਚਰ ਜਿਹੜਾ ਹੈ ਉਹ ਬਹੁਤ ਹੀ ਥੋੜਾ ਹੈਗਾ। ਜਿਹੜਾ ਪਰਮਜੀਤ ਕਹਿ ਰਿਹਾ ਸੀਗਾ ਕਿ ਕੈਪੀਟਲ ਐਕਸਪੈਂਡੀਚਰ ਸਰਕਾਰ ਪਰਸੈਂਟੇਜ ਕੱਢ ਕੇ ਦੱਸੇਗੀ ਨਾ ਕਿ ਪਿਛਲੇ ਵਾਲੇ ਨਾਲੋਂ 100% ਜ਼ਿਆਦਾ। ਨਹੀਂ 100% ਵੀ ਹੋ ਜੇ ਤਾਂ ਵੀ ਕੁਝ ਨਹੀਂ ਹੈ। ਇੰਪਲਾਇਮੈਂਟ ਜਨਰੇਟ ਤਾਂ ਹੀ ਕਰਾਂਗੇ ਜੇ ਕੈਪੀਟਲ ਐਕਸਪੈਂਡੀਚਰ ਹੋਏਗਾ, ਉਹ ਕੋਈ ਕਾਰਖਾਨਾ ਲੱਗੇਗਾ, ਕੋਈ ਹਾਊਸ ਬਣਨਗੇ, ਕੋਈ ਸਮਾਰਟ ਸਿਟੀ ਬਣਨਗੇ, ਕੋਈ ਇੰਫਰਾਸਟ੍ਰਕਚਰ ਇੰਪਰੂਵ ਕਰੇਗਾ। ਤਾਂ ਫਿਜ਼ੀਕਲ ਇੰਫਰਾਸਟ੍ਰਕਚਰ ਇੰਪਰੂਵ ਕਰਨ ਵਾਸਤੇ ਤੁਹਾਨੂੰ ਕੈਪੀਟਲ ਐਕਸਪੈਂਡੀਚਰ ਚਾਹੀਦਾ। ਉਹ ਤਾਂ ਬਹੁਤ ਥੋੜਾ ਹੈ, ਇਹ ਨਹੀਂ ਹੈ। ਦੂਸਰਾ ਹੈ ਕਿ ਜੇ ਹੱਬ ਬਣਾਉਣੀ ਆ ਤੁਸੀਂ, ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਕਿ ਜੇ
ਇੰਡਸਟਰੀ ਨਹੀਂ ਗਰੋ ਕਰ ਰਹੀ ਤੇ ਇੰਡਸਟਰੀਅਲ ਹੱਬ ਬਣਾਓ। ਦੋ ਗੱਲਾਂ ਹੀ ਆ ਰਹੀਆਂ ਨੇ ਪੰਜਾਬ 'ਚ, ਇੱਕ ਇੰਡਸਟਰੀਅਲ ਹੱਬ ਬਣਾਓ ਤੇ ਇੱਕ ਐਗਰੋ ਪ੍ਰੋਸੈਸਿੰਗ ਕਰੋ ਜੀ। ਐਗਰੋ ਪ੍ਰੋਸੈਸਿੰਗ ਤੇ ਚੱਲੀ ਨਹੀਂ ਇਹਨਾਂ ਕੋਲ ਕਿਉਂਕਿ ਕੈਪੀਟਲ ਐਕਸਪੈਂਡੀਚਰ ਹੋ ਨਹੀਂ ਰਿਹਾ। ਖੰਡ ਦੀਆਂ ਮਿੱਲਾਂ ਚੱਲਦੀਆਂ ਬਸ, ਖੰਡ ਦੀਆਂ ਮਿੱਲਾਂ ਵੀ ਘਾਟੇ 'ਚ ਨੇ, ਕਿਸਾਨਾਂ ਨੂੰ ਪੈਸੇ ਨਹੀਂ ਦਿੰਦੀਆਂ ਤੇ ਕਿਸਾਨ ਧਰਨਾ ਮਾਰੀ ਬੈਠੇ ਸਰਕਾਰੀ ਵਾਲਿਆਂ ਦਾ ਤਾਂ ਪਤਾ ਮਾੜਾ। ਅੱਛਾ, ਇਸ ਕਰਕੇ ਜੇ ਐਗਰੋ ਪ੍ਰੋਸੈਸਿੰਗ ਨਹੀਂ ਚੱਲਦੀ ਤੇ ਫਿਰ ਤੁਸੀਂ ਸਮਾਰਟ ਸਿਟੀ ਵੱਲ ਆ ਜਾਓਗੇ। ਸਮਾਰਟ ਸਿਟੀ ਬਣਾਉਣ ਵਾਸਤੇ ਤੁਹਾਡੇ ਕੋਲ ਪੈਸੇ ਹੈ ਨਹੀਂਗੇ ਕਿਉਂਕਿ ਤੁਸੀਂ ਜਿਹੜਾ ਹੈ ਅਕਲ ਤਮੀਜ਼ ਦੇ ਨਾਲ ਜਿੱਥੋਂ ਟੈਕਸ ਉਗਰਾ ਸਕਦੇ ਜੇ ਉਹ ਨਹੀਂ ਕਰਦੇ। ਜਿਹੜਾ ਸਕੋਪ ਆ ਸਾਡੇ ਪੰਜਾਬ ਦੇ ਵਿੱਚ, ਪੰਜਾਬ ਦੇ ਵਿੱਚ ਸਕੋਪ ਹੈਗਾ ਕਿ ਕੁਝ ਏਰੀਆ ਚੋਂ ਤੁਸੀਂ ਟੈਕਸ ਕਲੈਕਸ਼ਨ ਵਧਾ ਸਕਦੇ ਜੇ। ਜਿਵੇਂ ਅਰਬਨ ਏਰੀਆਜ਼ ਹੈ, ਅਰਬਨ ਏਰੀਆ ਨੂੰ ਕੰਸੋਲੀਡੇਟਡ ਅਕਾਊਂਟ ਜਿਹੜਾ ਨਾ ਪੰਜਾਬ ਗਵਰਨਮੈਂਟ ਦਾ, ਉਹਦਾ 10% ਅਸੀਂ ਦਿੰਦੇ ਹਾਂ ਟੂ ਪੇ ਸੈਲਰੀਜ਼ ਐਂਡ ਅਦਰ ਐਕਸਪੈਂਸਿਸ। ਅਸੀਂ ਕਿਉਂ ਅਰਬਨ ਏਰੀਆ ਜਿਹੜੇ ਉਹਨਾਂ ਨੂੰ ਸੈਲਫ ਸਫੀਸ਼ੀਐਂਟ ਨਹੀਂ ਬਣਾ ਸਕਦੇ? ਉੱਥੇ ਜਿਹੜੀਆਂ ਆਪਾਂ ਹਾਊਸਿਸ ਬਣੇ ਨੇ ਛੋਟੇ ਪਲਾਟਾਂ ਨੂੰ ਛੱਡ ਕੇ 100 ਗਜ ਦਿਆਂ ਨੂੰ ਛੱਡ ਕੇ ਬਾਕੀ ਦਾ ਹਾਊਸ ਟੈਕਸ ਲਾ ਸਕਦੇ ਆ। ਸਰਕਾਰ ਹੁਣ ਮਿਡਲ ਕਲਾਸਿਸ ਨੂੰ ਸਰਕਾਰਾਂ ਹੁਣ ਨਾਰਾਜ਼ ਨਹੀਂ ਕਰਦੀ। ਪਾਣੀ ਬਿਜਲੀ ਦਾ ਬਿੱਲ ਲੈ ਸਕਦੇ ਆ ਤੇ ਇਹ ਕੁਛ ਕਰਕੇ ਤੁਸੀਂ ਇਹ ਕਰ ਸਕਦੇ ਜੇ। ਹੁਣ ਇਹ ਜਿਹੜਾ ਸਿਟੀ ਬਣਾਉਣ ਦੀ ਐਜੂਕੇਸ਼ਨਲ ਹੱਬ ਬਣਾਉਣ ਦੀ ਗੱਲ ਹੈ, ਜਦੋਂ ਤੁਸੀਂ ਪ੍ਰਾਈਵੇਟ ਸੈਕਟਰ ਨੂੰ ਦੋਗੇ ਤਾਂ ਉਹੀ ਹੋਊਗਾ ਜੋ ਹਿਮਾਚਲ 'ਚ ਹੋਇਆ। ਇੱਕ ਮਾਨਵ ਕਿਹੜੀ ਯੂਨੀਵਰਸਿਟੀ ਆ, ਉਹਨਾਂ ਨੇ ਕਿੰਨੀਆਂ ਡਿਗਰੀਆਂ ਕਿੰਨੇ ਲੱਖ ਜਿਹੜੀਆਂ ਜਾਲੀ ਵੇਚਤੀਆਂ। ਸੋ ਯੂ ਕੈਨ ਨਾਟ ਡਿਪੈਂਡ ਅਪਨ ਪ੍ਰਾਈਵੇਟ ਸੈਕਟਰ, ਯੂ ਹੈਵ ਟੂ strengthen your public institutions। ਸੋ ਇੱਕ ਚੰਗੀ ਗੱਲ ਕੀਤੀ ਆ ਕਿ ਨਾ 90 ਕਰੋੜ ਰੁਪਈਆ ਪੰਜਾਬੀ ਯੂਨੀਵਰਸਿਟੀ ਦਿੱਤਾ, ਉਹ ਡੁੱਬਦੀ ਨੂੰ ਠੁੰਮਣਾ ਜਿਹਾ ਥੋੜਾ ਜਿਹਾ ਦਿੱਤਾ ਹੈਗਾ। ਸੋ ਯੂ ਹੈਵ ਟੂ ਸਟਰੈਂਥਨ ਯੂਰ ਓਨ ਸਿਸਟਮ ਐਂਡ ਤੁਹਾਡੇ ਜਿਹੜੇ ਆਪਣੇ। ਮਾੜੀ ਗੱਲ ਤਾਂ ਇਹ ਕੀਤੀ ਹੈ ਕਿ ਸਾਲਾਂ ਤੋਂ ਪੰਜਾਬੀ ਯੂਨੀਵਰਸਿਟੀ ਦਾ ਗਲਾ ਘੋਟ ਕੇ ਰੱਖਿਆ ਸੀਗਾ। ਮਾੜੀ ਗੱਲ ਤਾਂ ਉਹ ਸੀਗੀ। ਦੂਸਰਾ ਹੈ ਕਿ 90 ਕਰੋੜ ਇਜ਼ ਸਟਿਲ ਲੈਸ, ਦੇ ਨੀਡ ਮਚ ਮੋਰ। ਦੂਸਰਾ ਹੈ ਕਿ ਵਿਜ਼ਨ ਚਾਹੀਦਾ ਤੁਹਾਡੇ ਕੋਲ ਕਿ ਤੁਸੀਂ ਸੁਸਾਇਟੀ ਕਿਹੋ ਜਿਹੀ ਬਣਾਉਣੀ ਚਾਹੁੰਦੇ ਜੇ। ਕੀ 5 ਸਾਲ ਲਈ ਰਾਜ ਕਰਨ ਲਈ ਤੁਸੀਂ ਪਾਵਰ 'ਚ ਆ ਰਹੇ ਜੇ, ਹੋਰ ਕਾਹਦੇ ਲਈ ਹੁੰਦਾ, ਜਾਂ ਤੁਸੀਂ ਇੱਕ ਸੁਸਾਇਟੀ ਦੀ ਟਰਾਂਸਫਰਮੇਸ਼ਨ ਵਾਸਤੇ ਆ ਰਹੇ ਜੇ? ਵਿਜ਼ਨ ਤਾਂ ਜੇ ਤੁਹਾਡੇ ਕੋਲ ਵਿਜ਼ਨ ਹੈ ਤਾਂ ਹੀ ਉਸ ਪਾਸੇ ਨੂੰ ਚੱਲੋਗੇ। ਅਸੀਂ ਬਹੁਤ ਸਾਰਾ ਜਿਹੜਾ ਡਿਵੈਲਪਮੈਂਟ ਦਾ ਪ੍ਰੋਸੈਸ ਚਲਾਉਂਦੇ ਆ ਪੰਜਾਬ ਦੇ ਵਿੱਚ, ਇਨਕਲੂਡਿੰਗ ਹੈਲਥ ਸਕੀਮਸ, ਐਜੂਕੇਸ਼ਨਲ ਸਕੀਮ, ਉਹ ਸੈਂਟਰਲੀ ਸਪਾਂਸਰਡ ਸਕੀਮਾਂ ਨਾਲ ਹੀ ਚੱਲਦਾ ਹੈਗਾ। ਉਹ ਸਾਡੇ ਨੱਕ 'ਚ ਨਕੇਲ ਪਾਈ ਰੱਖਦੇ ਆ ਕਿ ਤੁਸੀਂ ਇੱਥੇ ਪੈਸੇ ਲਾਓ, ਇੱਥੇ ਖਰਚ ਕਰੋ। ਇਮੂਨਾਈਜੇਸ਼ਨ ਇਜ਼ ਵਨ, ਫੈਮਿਲੀ ਪਲੈਨਿੰਗ ਇਜ਼ ਅਨਦਰ। ਠੀਕ ਹੈ, ਜਿਹੜਾ ਐਕਚੁਅਲੀ ਹੈਲਥ ਸਰਵਿਸਿਜ਼ ਨੂੰ ਸਟਰੈਂਥਨ ਕਰਨਾ ਉਹ ਏਜੰਡੇ ਤੇ ਨਹੀਂ ਰਹਿੰਦਾ। ਸਾਡੇ ਕੋਲ ਨਾ ਡਾਕਟਰ ਨੇ ਨਾ ਨਰਸਿਸ ਨੇ ਪ੍ਰੋਪਰਲੀ। ਜਿਹੜੀਆਂ ਨਰਸਿਸ ਨੇ ਉਹਨਾਂ ਨੂੰ ਤੁਸੀਂ ਕੰਟਰੈਕਟ ਤੇ ਰੱਖਿਆ, ਉਹ ਡੰਡੇ ਖਾਈ ਜਾਂਦੀਆਂ ਨੇ। ਮੈਂ ਬਰੀਕਲੀ ਰੁਕ ਰਿਹਾ, ਬਟ ਦੈਨ ਇਹਦੇ 'ਚ ਫਿਰ ਲਾਰਜਰ ਕੋ ਸਵਾਲ ਇਹ ਵੀ ਹੈ ਕਿ ਜੇ ਅਸੀਂ ਜਿਸ ਤਰੀਕੇ ਦੀਆਂ ਸਾਡੀਆਂ ਨੀਡਸ ਨੇ ਤੇ ਜਿਹੜਾ ਕਿਸੇ ਸਟੇਟ ਦਾ ਵਿਜ਼ਨ ਹੋਵੇ, ਲੈਟਸ ਅਸਿਊਮ ਫॉर ਅ ਮੂਮੈਂਟ ਕਿ ਪੋਲੀਟੀਸ਼ੀਅਨ ਬਿਲਕੁਲ ਇਮਾਨਦਾਰੀ ਨਾਲ ਸੋਚੇ ਤੇ ਉਹਦੇ ਕੁਝ ਹੱਥ ਬੰਨੇ ਹੋਏ ਨੇ, ਰਿਸੋਰਸਿਸ ਜਿੰਨੇ ਕੋ ਅਵੇਲੇਬਲ ਨੇ ਉਹਨੇ ਉਹਦੇ ਨਾਲ ਹੀ ਅੱਗੇ ਚੱਲਣਾ। ਕਿ ਆਪਣੇ ਤਰੀਕੇ ਦੇ ਨਾਲ ਸਟੇਟ ਦੀ ਡਿਵੈਲਪਮੈਂਟ ਕਰਨ ਲੱਗਿਆ ਜਿਹੜੇ ਪੋਲੀਟੀਕਲ ਸਵਾਲ ਨੇ ਕਿ ਫੈਡਰਲਿਜ਼ਮ ਦਾ ਦੇਸ਼ ਦੇ ਵਿੱਚ ਕੀ ਹਾਲ ਹੈ ਤੇ ਕਿੰਨੀ ਕੁ ਸਪੇਸ ਕਿਸੇ ਰਾਜ ਨੂੰ ਮਿਲਦੀ ਹੈ ਇਸ ਤਰੀਕੇ ਦੇ ਨਾਲ ਆਪਣੇ ਭਵਿੱਖ ਦਾ ਨਿਰਮਾਣ ਕਰਨ ਲਈ, ਉਹ ਉਹਨਾਂ ਸਵਾਲਾਂ ਨਾਲ ਕਿਵੇਂ ਨਜਿੱਠਿਆ ਜਾਏਗਾ। I'll come to you for that, but after this break. ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਬਜਟ ਬਾਰੇ, ਬਜਟਿੰਗ ਬਾਰੇ। ਸਾਡੇ ਨਾਲ ਚਰਚਾ ਵਿੱਚ ਸ਼ਾਮਿਲ ਨੇ ਡਾਕਟਰ ਸੁੱਚਾ ਸਿੰਘ ਗਿੱਲ ਅਤੇ ਡਾਕਟਰ ਪਰਮਜੀਤ ਸਿੰਘ ਜੀ। ਪਰਮਜੀਤ ਜੀ, ਅਸੀਂ ਗੱਲ ਕਰ ਰਹੇ ਸੀਗੇ ਕਿ ਫੈਡਰਲਿਜ਼ਮ ਦੇ ਸਵਾਲਾਂ ਦਾ ਬਜਟਿੰਗ ਐਕਸਰਸਾਈਜ਼ ਦੇ ਨਾਲ ਕਿਸ ਕਿਸਮ ਦਾ ਸੰਬੰਧ ਹੈ। ਦੇਸ਼ ਦੇ ਵਿੱਚ ਜਿਸ ਕਿਸਮ ਦੀ ਰਾਜਨੀਤੀ ਹੁੰਦੀ ਹੈ ਉਹ ਬਜਟ ਨੂੰ ਕਿਹੜੇ ਪਾਸੇ ਨੂੰ ਮੋੜ ਲੈਂਦੀ ਹੈ। ਜੇ ਮੈਂ ਪੰਜਾਬ ਦਾ ਬਜਟ ਦੇਖਾਂ ਤਾਂ ਕਿੰਨੀ ਕੁ ਸਪੇਸ ਹੈ ਕਿਸੇ ਸਟੇਟ ਕੋਲ, ਪੰਜਾਬ ਕੋਲ ਵੀ। ਜੇ ਮੈਂ ਦਿੱਲੀ ਦਾ ਬਜਟ ਦੇਖਦਾ ਤਾਂ ਇੱਥੇ ਜ਼ਰਾ ਇਲੈਕਸ਼ਨਾਂ ਨੇੜੇ ਨੇ, ਉੱਥੇ ਰਾਜਧਾਨੀ ਦੇ ਵਿੱਚ ਲੜਾਈ ਜ਼ਿਆਦਾ ਗੁੱਥਮ ਗੁੱਥਾ ਹੁੰਦੀ ਹੈ। ਉਹਨਾਂ ਨੇ ਹੁਣੇ ਤੋਂ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਉਹਨਾਂ ਨੂੰ ਲੱਗਦਾ ਭਾਈ ਜੇ ਸਾਈਆਂ ਨੇ ਰਾਮ ਮੰਦਿਰ ਭਵਿਆ ਮਨਾ ਕੇ ਤੇ ਫਿਰ ਵੋਟਾਂ ਮੰਗਣ ਆਉਣਾ ਹੈ ਤੇ ਅਸੀਂ ਵੀ ਥੋੜ੍ਹੇ ਜਿਹੇ ਭਗਤੀ ਭਾਵਨਾ ਵਿੱਚ ਆ ਜਾਈਏ। ਤੇ ਉਹਨਾਂ ਨੇ ਫਿਰ ਦੇਸ਼ ਭਗਤੀ ਬਜਟ ਕੱਢਿਆ। ਉਹ ਕਹਿੰਦੇ ਨੇ ਸਾਰੀ ਦਿੱਲੀ 'ਚ 500 ਜਗ੍ਹਾ ਦੇ ਉੱਤੇ ਵੱਡੇ ਵੱਡੇ ਗੱਡ ਦਿਆਂਗੇ ਤਿਰੰਗੇ ਤੇ ਬੇਸਿਕਲੀ ਤਿਰੰਗਿਆਂ ਦੇ ਉੱਤੇ ਚੜ੍ਹ ਕੇ ਫਿਰ ਵੋਟਾਂ ਮੰਗੀਆਂ ਜਾਣਗੀਆਂ। ਲੋਕਾਂ ਨੂੰ ਅਯੁੱਧਿਆ ਦੇ ਭਵਿਆ ਮੰਦਿਰ ਦੇ ਦਰਸ਼ਨ ਕਰਵਾਏ ਜਾਣਗੇ। ਸ਼ਾਇਦ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਨਿਗਰਾਨੀ ਥੱਲੇ ਉਹ ਬੱਸਾਂ ਚੱਲਿਆ ਕਰਨਗੀਆਂ। ਕੇਜਰੀਵਾਲ ਸਾਹਿਬ ਹਰੀ ਝੰਡੀ ਦਿਆ ਕਰਨਗੇ ਜਾਂ ਪਤਾ ਨਹੀਂ ਭਗਵਾ ਝੰਡਾ ਦਿਆ ਕਰਨਗੇ, ਮੈਂ ਅਜੇ ਡਿਟੇਲਸ ਨਹੀਂ ਦੇਖੀਆਂ ਉਹਨਾਂ ਦੀਆਂ। ਇਹ ਜਿਹੜੇ ਪੋਲੀਟੀਕਲ ਸਵਾਲ ਨੇ ਇਹ ਮੇਰੇ ਬਜਟ ਨੂੰ ਕਿੱਦਾਂ ਪ੍ਰਭਾਵਿਤ ਕਰਦੇ ਨੇ। ਅੱਗੋਂ ਮੇਰੇ ਨਰਸਿੰਗ ਕਾਲਜ ਬਣਨਗੇ, ਕੈਪੀਟਲ ਅਸੈਟਸ ਬਣਨਗੇ, ਨਵੇਂ ਕਾਲਜਸ ਖੁੱਲ੍ਹਣਗੇ, ਨਵੇਂ ਹੋਸਟਲ ਖੁੱਲ੍ਹਣਗੇ ਕਿ ਚੰਗੇ ਅਧਿਆਪਕ ਹੋਣਗੇ। ਸਕੂਲਾਂ ਦੇ ਵਿੱਚ ਬੱਚਿਆਂ ਦਾ ਜਾਣਾ ਨਿਰਧਾਰਿਤ ਕੀਤਾ ਜਾਏਗਾ, ਪੈਡਾਗੋਜੀ ਦੇ ਸਾਰੇ ਸਿਸਟਮ ਠੀਕ ਕੀਤਾ ਜਾਏਗਾ, ਪੜ੍ਹਾਈ ਲਿਖਾਈ ਦੇ ਤਰੀਕੇ ਇੰਪਰੂਵ ਕੀਤੇ ਜਾਣਗੇ। ਸਕੂਲਾਂ ਦੇ ਵਿੱਚੋਂ ਜਿਹੜੀ ਆਊਟਪੁੱਟ ਆ ਰਹੀ ਆ ਬੱਚਿਆਂ ਦੀ ਉਹ ਬਿਹਤਰ ਹੋਏਗੀ। ਜਿਹੜੇ ਡਿਲੀਵਰੇਬਲਸ ਨੇ, ਜਿਹੜੇ ਟੀਚਰ ਕਿਵੇਂ ਪੜ੍ਹਾਉਂਦੇ ਨੇ, ਉਹਨਾਂ ਨੂੰ ਜੱਜ ਕਰਨ ਦੇ ਨਵੇਂ ਤਰੀਕੇ, ਮਿਆਰੀ ਤਰੀਕੇ ਲੱਭੇ ਜਾਣਗੇ।
ਇਹ ਵੱਖ-ਵੱਖ ਕਿਸਮ ਦੀਆਂ ਲੜਾਈਆਂ ਨੇ। ਵਨ, ਇਹ ਕਹਿ ਰਹੇ ਸੀ ਕਿ ਕੈਪੀਟਲ ਅਸੈਟਸ ਬਣਾਓ, ਜੀ। ਸੈਕਿੰਡ ਹਿਊਮਨ ਬੀਇੰਗਸ ਬਿਹਤਰ ਬਣਾਓ। ਇਹਨਾਂ ਸਾਰੇ ਸਵਾਲਾਂ ਨਾਲ ਨਜਿੱਠਣ ਲਈ ਸਟੇਟ ਕੋਲ ਕਿੰਨੀ ਕੁ ਜਗ੍ਹਾ? ਦੇਖੋ ਬੇਸਿਕਲੀ ਜਿਹੜਾ ਤੁਸੀਂ ਫੈਡਰਲ ਸਟਰਕਚਰ ਦਾ ਕੁਐਸਚਨ ਜਿਹੜਾ ਉਹ ਆਪਾਂ ਸਾਰੇ ਜਾਣਦੇ ਹਾਂ ਵੀ ਪਿਛਲੇ ਸਮੇਂ ਤੋਂ ਪੋਲੀਟੀਸ਼ੀਅਨਸ ਵੀ ਤੇ ਇਕਨੋਮਿਸਟ ਤਾਂ ਕਹਿੰਦੇ ਨੇ ਬਾਰ-ਬਾਰ ਕਿ ਜਿਹੜਾ ਸੈਂਟਰ ਹੈ ਉਹ ਜਿਹੜੇ ਸਟੇਟ ਦੇ ਰਿਸੋਰਸਸ ਇਹਨੂੰ ਕੰਟੀਨਿਊਸਲੀ ਸਕੁਈਜ਼ ਕਰ ਰਿਹਾ ਹੈ, ਉਹਨੂੰ ਨਿਚੋੜੀ ਜਾ ਰਿਹਾ ਤਾਂ ਕਿ ਜਿਹੜੀ ਡਿਪੈਂਡੈਂਸ ਹੈ ਇਹ ਇਨਸ਼ੋਰ ਹੋ ਸਕੇ ਕਿ ਸਟੇਟ ਸੈਂਟਰ ਤੇ ਡਿਪੈਂਡੈਂਟ ਰਹਿਣ। ਤੇ ਉਹ ਜਿਹੜੀ ਸੈਂਟਰ ਤੇ ਡਿਪੈਂਡੈਂਸੀ ਹੈ ਸਟੇਟ ਦੀ ਉਹ ਜਿਹੜੀ ਕੰਟੀਨਿਊਸਲੀ ਇਨਕਰੀਜ਼ ਹੋ ਰਹੀ ਹੈ ਓਵਰ ਅ ਪੀਰੀਅਡ ਆਫ ਟਾਈਮ, ਉਹ ਤੁਹਾਡੇ ਜਿਹੜਾ ਡੋਮੈਸਟਿਕ ਵਿਦਨ ਸਟੇਟ ਹੈ ਉੱਥੇ ਜਿਹੜਾ ਤੁਹਾਡਾ ਫਰੀडम ਹੈ ਉਹਨੂੰ ਹਿੱਟ ਕਰਦੀ। ਸੋ ਬੇਸਿਕਲੀ ਜਾਂ ਤੇ ਤੁਸੀਂ ਹੱਥ ਜੋੜ ਕੇ ਨੀਤੀ ਆਯੋਗ ਦੇ ਦਫ਼ਤਰ ਚਲੇ ਜਾਓ, ਜੇ ਤੁਸੀਂ ਜ਼ਿਆਦਾ ਸੀਨਾ ਚੌੜਾ ਕਰਕੇ ਆਣਾ ਤੇ ਫਿਰ ਸਿੰਘੂ ਬਾਰਡਰ ਤੇ ਅੜ ਜਾਓ। ਜੀ, ਦੋ ਹੀ ਸਾਡੇ ਕੋਲ ਰਸਤੇ ਨੇ ਜੀ। ਨਹੀਂ, ਨੀਤੀ ਆਯੋਗ ਦੇ ਕੋਲ ਕੁਝ ਨਹੀਂ ਹੈ। ਹਾਂ, ਜੋ ਉਹ ਨੀਤੀ ਆਯੋਗ ਦਾ ਤੁਸੀਂ ਜਿਹੜੇ ਮਰਜ਼ੀ ਭਵਨ ਲੈ ਜਾਓ ਜੀ, ਬੇਸਿਕਲੀ ਸਰਕਾਰਾਂ ਸਾਹਮਣੇ ਮੱਥਾ ਟੇਕਣਾ। ਜਿਹੜਾ ਡਿਫਰੈਂਸ ਵੀ ਮਸਟ ਅੰਡਰਸਟੈਂਡ, ਬਿਲਕੁਲ, ਜਿਹੜਾ ਪਲਾਨਿੰਗ ਕਮਿਸ਼ਨ ਚੋਂ ਪੈਸੇ ਦੇਣ ਦਾ ਕੋਈ ਪ੍ਰੋਵੀਜ਼ਨ ਸੀਗਾ, ਉਹ ਨੀਤੀ ਆਯੋਗ ਦੇ ਵਿੱਚ ਤਾਂ ਉਹ ਵੀ ਖਤਮ ਹੋ ਗਿਆ। ਉਹ ਖਤਮ ਹੋ ਗਿਆ, ਗੱਲਾਂ ਬਾਤਾਂ ਨੇ, ਤੇ ਨੀਤੀ ਆਯੋਗ ਕੋ ਜਾਣ ਦਾ ਫਾਇਦਾ ਹੀ ਨਹੀਂ, ਕੋਈ ਜਾਂਦਾ ਵੀ ਨਹੀਂ। ਪੰਚਾਇਤ ਮਿਨਿਸਟਰ, ਵੈਲਫੇਅਰ ਮਿਨਿਸਟਰ, ਡਿਫੈਂਸ ਮਿਨਿਸਟਰ, ਐਗਰੀਕਲਚਰ ਮਿਨਿਸਟਰ, ਸਾਰਾ ਕੁਝ ਅਮਿਤ ਸ਼ਾਹ ਜੀ ਨੇ, ਬਾਕੀ ਤੇ ਸਾਰੇ ਬਿੱਲੇ ਜੀ ਨੇ, ਜਿਹੜੇ ਮਰਜ਼ੀ ਦਫ਼ਤਰ ਚ। ਸੋ ਆਪਾਂ ਨੂੰ ਸੈਂਟਰ ਦਾ ਪਤਾ ਹੈ, ਸੋ ਆਪਾਂ ਬਾਰ-ਬਾਰ ਉਹ ਚੀਜ਼ ਬਲੇਮ ਕਰਦੇ ਹਾਂ ਜਿਹੜੇ ਆਪਣੇ ਰਿਸੋਰਸਸ ਨੇ ਉਹਨੂੰ ਆਪਾਂ ਕਿਵੇਂ ਯੂਜ਼ ਕਰੀਏ। ਵੀ ਤੁਸੀਂ ਪੰਜਾਬ ਨੂੰ ਜਿਹੜਾ ਵਰਲਡ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਇੱਕ ਡੈਟ ਰਿਡਨ ਸਟੇਟ, ਇੱਕ ਐਗਰੀਕਲਚਰਲ ਕ੍ਰਾਈਸਿਸ ਡਰਿਵਨ ਸਟੇਟ ਆਪਾਂ ਪਿਛਲੇ 1991 ਤੋਂ ਬਾਅਦ ਕੰਟੀਨਿਊਸਲੀ ਇਹ ਦਿਖਾਉਂਦੇ ਆ ਰਹੇ ਹਾਂ। ਬਿਲਕੁਲ, ਤੇ ਸਾਡੀ ਇਹੋ ਜਿਹੀ ਇਮੇਜ ਬਣੀ ਹੋਈ ਹੈ। ਤੇ ਸਾਡੇ ਪੋਲੀਟੀਸ਼ੀਅਨਸ ਨੇ ਪਿਛਲੇ 30 ਸਾਲਾਂ 'ਚ ਦੂਸਰਾ ਵਿਜ਼ਨ ਰੀਥਿੰਕ ਨਹੀਂ ਕੀਤਾ ਕਿ ਤੁਸੀਂ ਸਟੇਟ ਨੂੰ ਘੱਟੋ ਘੱਟ ਇੱਕ ਪਾਥ ਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰੋ ਜਿੱਥੇ ਤੁਹਾਡਾ ਸਟੇਟ ਕਿਸੇ ਵੀ ਏਰੀਆ 'ਚ ਘੱਟੋ ਘੱਟ ਤੁਹਾਨੂੰ ਕੰਪੈਰੇਟਿਵ ਐਡਵਾਂਟੇਜ ਤਾਂ ਹੋਵੇ। ਕੰਪੈਰੇਟਿਵ ਐਡਵਾਂਟੇਜ ਇਨ ਦੀ ਸੈਂਸ ਕਿ ਤੁਸੀਂ ਕੁਝ ਐਸੇ ਇਸ ਤਰ੍ਹਾਂ ਦੀ ਸਪੈਸ਼ਲਾਈਜੇਸ਼ਨ ਬਾਰੇ ਸੋਚੋ ਜੋ ਪੰਜਾਬ ਬਾਕੀ ਸਟੇਟ ਸਾਡੇ ਨਾਲੋਂ ਨਹੀਂ ਪ੍ਰੋਡਿਊਸ ਕਰ ਸਕਦੇ ਕੋਈ ਵੀ ਚੀਜ਼, ਜਾਂ ਇੰਟਰਨੈਸ਼ਨਲੀ ਵੀ ਤੁਸੀਂ ਕੰਪੈਰੇਟਿਵ ਐਡਵਾਂਟੇਜ ਹੋ ਤਾਂ ਕਿ ਤੁਹਾਡੀ ਸਟੇਟ ਨੂੰ ਇਨਕਮ ਆ ਸਕੇ। ਕੀ ਤੁਹਾਡੇ ਨਜ਼ਰੀਏ ਦੀ ਕੋਈ ਕਨਫਲਿਕਟ ਹੈ ਉਸ ਮੂਵਮੈਂਟ ਦੇ ਨਾਲ ਜਿਹੜੀ ਇਸ ਵੇਲੇ ਕਿਸਾਨ ਅੰਦੋਲਨ ਦੇ ਵਿੱਚ ਪੱਕੀ ਹੋਈ ਹੈ? ਕਿਉਂਕਿ ਇਹ ਅੰਦੋਲਨ ਇਸ ਗੱਲ ਨੂੰ ਪਰਨਾਇਆ ਹੋਇਆ ਹੈ ਕਿ ਪੰਜਾਬ ਦੀ ਹੋਣੀ ਇਹਦੀ ਐਗਰੀਰੀਅਨ ਕਲਾਸ ਨੇ, ਇਹਦੇ ਐਗਰੀਰੀਅਨ ਡੈਮੋਗ੍ਰਾਫਿਕ ਨੇ ਤੈਅ ਕਰਨੀ ਹੈ ਤੇ ਸਾਡੀ ਖੇਤੀ ਲਾਹੇਵੰਦ ਹੈ। ਕੀ ਉਸ ਸੈਕਟਰ ਦੇ ਵਿੱਚ ਇੰਨਾ ਪੋਟੈਂਸ਼ੀਅਲ ਹੈ ਕਿ ਉਹਦੇ ਤੇ ਫਰਦਰ ਵਰਕ ਕੀਤਾ ਜਾਵੇ ਕਿ ਤੁਸੀਂ ਇਸ ਥਾਟ ਨੂੰ ਪਰਨਾਇਓ ਕਿ ਇਵੈਂਚੁਅਲੀ ਬਹੁਤ ਸਾਰੇ ਲੋਕਾਂ ਦਾ ਖੇਤੀ ਵਿੱਚੋਂ ਨਿਕਲਣਾ ਤੈਅ ਹੈ ਤੇ ਕਿਸੇ ਤਰੀਕੇ ਨਾਲ ਇੱਕ ਆਲਟਰਨੇਟਿਵ ਵਿਜ਼ਨ ਸੋਚਣਾ ਚਾਹੀਦਾ ਜਿਹਦੇ ਲਈ ਉਹਨੂੰ ਨੌਲੇਜ ਹੱਬ ਹੋਵੇ, ਕੰਪੀਟੀਟਿਵ ਤਰੀਕੇ ਹੋਣ? ਮਤਲਬ ਜਿਹੜਾ ਸ਼ਾਰਟ ਟਰਮ ਦੇਖੋ ਜਿਹੜੇ ਫਾਰਮ ਲਾਜ਼ ਨੇ ਉਹ ਆਬਵੀਅਸਲੀ ਖੇਤੀ ਦੇ ਅਗੇਂਸਟ ਨੇ ਤੇ ਉਹਦੇ ਲਈ ਆਪਾਂ ਨੂੰ ਲੜਨਾ ਚਾਹੀਦਾ, ਇਹਦੇ 'ਚ ਕੋਈ ਦੋ ਰਾਏ ਨਹੀਂ। ਪਰ ਦੂਜੀ ਗੱਲ ਨਾਲ ਤੁਸੀਂ ਅਲਟਰਨੇਟਿਵ ਪੈਰਾਡਾਈਮ ਵੀ ਇੱਕ ਖੜਾ ਕਰਨਾ ਹੁੰਦਾ ਹੈ ਕਿ ਸਟੇਟ ਨੂੰ ਅਗਰੇਰੀਅਨ ਸਟੇਟ ਬਣਾ ਕੇ ਰੱਖਣਾ ਕੋਈ ਬਹੁਤ ਜ਼ਿਆਦਾ ਪ੍ਰਾਊਡ ਦੀ ਗੱਲ ਨਹੀਂ ਹੁੰਦੀ। ਸਟੇਟ ਨੂੰ ਤੁਸੀਂ ਘੱਟੋ ਘੱਟ ਟਰਾਂਸਫਾਰਮ ਕਰਨਾ ਹੁੰਦਾ ਹੈ, ਟ੍ਰਾਂਜੀਸ਼ਨ ਹੋਣੀ ਚਾਹੀਦੀ ਹੈ ਇੱਕ ਇੰਡਸਟਰੀਅਲ ਇਕਨੋਮੀ ਜਾਂ ਨੌਲੇਜ ਇਕਨੋਮੀ ਵੱਲ, ਤਾਂ ਕਿ ਲੋਕਾਂ ਨੂੰ ਉੱਥੋਂ ਕੱਢਿਆ ਜਾ ਸਕੇ ਜਿੱਥੇ ਉਹਨਾਂ ਦੀ ਇਨਕਮ ਇੱਕ ਲਿਮਿਟ ਤੋਂ ਬਾਅਦ ਵੱਧ ਹੀ ਨਹੀਂ ਸਕਦੀ। ਡਾਕਟਰ ਸਾਹਿਬ, ਇਹ ਵੀ ਤਾਂ ਜਿੱਥੋਂ ਤੋਂ ਜਿੰਨਾ ਕੋਈ ਇਕਨੋਮਿਕਸ ਦਾ ਸਵਾਲ ਆ ਉਹਨਾਂ ਕੋਲ ਪੋਲਿਟਿਕਸ ਦਾ ਵੀ ਸਵਾਲ ਹੈ ਕਿ ਸਟੇਟ ਨੂੰ ਜੇ ਤੁਸੀਂ ਐਗਰੀਰੀਅਨ ਸਟੇਟ ਬਣਾ ਕੇ ਰੱਖਣਾ ਵਿੱਚ ਪ੍ਰਾਈਡ ਕਿਉਂ ਨਹੀਂ ਹੈ, ਉਹਦੇ ਵਿੱਚ ਪੋਟੈਂਸ਼ੀਅਲ ਕਿਉਂ ਨਹੀਂ ਹੈ? ਆਫਟਰ ਆਲ ਇਹ ਵੀ ਤਾਂ ਨਿਓ ਲਿਬਰਲ ਪਾਲਿਸੀਜ਼ ਦਾ ਹੀ ਇੱਕ ਰਿਜ਼ਲਟ ਹੈ ਕਿ ਅਸੀਂ ਇਸ ਸੈਕਟਰ ਨੂੰ ਦਬਾ ਕੇ ਰੱਖਾਂਗੇ, ਇਹਦੇ ਵਿੱਚ ਪ੍ਰਾਈਸ ਐਡਮਿਨਿਸਟ੍ਰੇਸ਼ਨ ਇਸ ਤਰੀਕੇ ਨਾਲ ਕੀਤੀ ਜਾਏਗੀ ਕਿ ਉਹ ਕਿਸਾਨ ਡਿਪੈਂਡੈਂਟ ਰਹੇਗਾ ਤੇ ਮੈਂ ਦੂਸਰੀ ਨੌਲੇਜ ਹੱਬ ਦੇ ਵਿੱਚੋਂ, ਨੌਲੇਜ ਇਕਨੋਮੀ ਚੋਂ, ਇੰਡਸਟਰੀਅਲਾਈਜੇਸ਼ਨ ਚੋਂ, ਮੈਨੂਫੈਕਚਰਿੰਗ ਸੈਕਟਰ ਦੇ ਵਿੱਚੋਂ ਆਪਣੀ ਹੋਣੀ ਲੱਭਾਂਗਾ। ਇਜ਼ ਦੇयर ਅ ਕਨਫਲਿਕਟ? ਨਹੀਂ, ਗੱਲ ਇਹ ਹੈ ਕਿ ਸੋਸਾਇਟੀ ਦੇ ਵਿੱਚ ਕੰਟਰਾਡਿਕਸ਼ਨਸ ਹੋਣਗੀਆਂ, ਇੱਕ ਸੈਕਸ਼ਨ ਦੀ ਦੂਜੇ ਸੈਕਸ਼ਨ ਨਾਲ, ਦੂਜੇ ਦੀ ਤੀਜੇ ਨਾਲ, ਪਰ ਯੂ ਹੈਵ ਟੂ ਮੈਨੇਜ ਦੋਜ਼ ਕੰਟਰਾਡਿਕਸ਼ਨਸ। ਤੇ ਉਹ ਮੈਨੇਜ ਕਰਨ ਵਾਸਤੇ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਕਿ ਸ਼ਾਰਟ ਟਰਮ ਦੇ ਵਿੱਚ ਇਸ ਵੇਲੇ ਤੁਹਾਡੇ ਕੋਲ ਕੋਈ ਚਾਰਾ ਨਹੀਂ ਹੈ ਕਿ ਖੇਤੀ ਚੋਂ ਬੰਦੇ ਬਾਹਰ ਕੱਢ ਲਈਏ, ਕਿਉਂਕਿ ਰੁਜ਼ਗਾਰ ਦਾ ਰਸਤਾ ਕੋਈ ਨਹੀਂ ਹੈ। ਜੇ ਖੇਤੀ ਚੋਂ ਫਰਜ਼ ਕਰੋ 5% ਬੰਦੇ ਕੱਢਣੇ ਬਾਹਰ, ਤਾਂ ਉਹਦੇ ਵਾਸਤੇ ਅਲਟਰਨੇਟਿਵ ਸੋਰਸ ਆਫ ਇੰਪਲਾਇਮੈਂਟ ਜਨਰੇਟ ਕਰਨੇ ਪੈਣਗੇ। ਉਹਦੇ ਵਾਸਤੇ ਪੰਜਾਬ ਦੇ ਵਿੱਚ ਕਈ ਵਾਰੀ ਐਕਸਰਸਾਈਜ਼ ਹੋਈਆਂ ਨੇ, ਮੈਂ ਵੀ ਉਹਨਾਂ ਦਾ ਪਾਰਟ ਰਿਹਾ ਹੈਗਾ, ਕਿ ਪੰਜਾਬ ਦੇ ਵਿੱਚ ਕੋਈ 10-15 ਹਜ਼ਾਰ ਕਰੋੜ ਦੇ ਐਕਸਟਰਾ ਰਿਸੋਰਸਿਸ ਜਨਰੇਟ ਕਰਨ ਦੀ ਪੋਸੀਬਿਲਿਟੀ ਹੈ। ਉਹ ਨਹੀਂ ਕਰਦੇ ਸਾਡੇ ਪੋਲੀਟੀਸ਼ੀਅਨ। ਜਿਵੇਂ ਪਹਿਲਾਂ ਗੱਲ ਕੀਤੀ ਹੈ, ਰੇਤਾ ਬਜਰੀ 5-6 ਟੈਕਸ ਦੇ ਸੋਰਸਿਸ ਨੇ। ਪੈਟਰੋਲ ਵਾਲਾ ਆਟੋਮੈਟਿਕਲੀ ਕਿਉਂਕਿ ਉਹ ਡਿਜੀਟਾਈਜ਼ ਹੈ, ਉਹ ਤੁਹਾਡੇ ਕੋਲ ਆ ਜਾਂਦਾ। ਬਾਕੀ ਸਾਰਿਆਂ ਦੇ ਵਿੱਚ ਅਸੀਂ ਅੰਡਰ ਕਲੈਕਸ਼ਨ ਕਰ ਰਹੇ ਹਾਂ। ਸੋ ਜੇ ਅਸੀਂ ਉਹਨਾਂ ਨੂੰ ਕਰ ਲਈਏ ਤੇ ਐਗਰੀਰੀਅਨ ਕ੍ਰਾਈਸਿਸ ਨੂੰ ਡੀਲ ਕਰਨ ਵਾਸਤੇ ਤੁਹਾਡੇ ਕੋਲ ਰਿਸੋਰਸਿਸ ਆ ਜਾਣਗੇ। ਉੱਥੇ ਤੁਸੀਂ ਥੋੜੀ ਐਗਰੋ ਪ੍ਰੋਸੈਸਿੰਗ ਪ੍ਰਮੋਟ ਕਰ ਲਓ, ਕੁਝ ਕਿਸਾਨਾਂ ਨੂੰ ਵਿੱਚ ਇਨਵੋਲਵ ਕਰ ਲਓ, ਉਹਨਾਂ ਦੇ ਕੋਆਪਰੇਟਿਵ ਬਣਾ ਕੇ। ਇਹ ਤਾਂ ਜੱਬ ਜਿਹੜੀ ਆ ਸਿੰਘੂ ਬਾਰਡਰ ਤੇ ਜਦੋਂ ਸੰਕਟ ਹੱਲ ਹੁੰਦਾ ਹੈ, ਤੁਹਾਨੂੰ ਪੰਜਾਬ 'ਚ ਲੜਨੀ ਪੈਣੀ ਆ।
ਔਰ ਪੰਜਾਬ ਦਾ ਪੋਲੀਟੀਸ਼ੀਅਨ ਲੌਂਗ ਟਰਮ ਦੇ ਵਿੱਚ ਇਹ ਗੱਲ ਇਗਨੋਰ ਨਹੀਂ ਕਰ ਸਕਦਾ। ਅੱਜ ਪੰਜਾਬ ਦਾ ਕਿਸਾਨ ਜਿਹੜਾ ਪੰਜਾਬ ਦੇ ਸੋਸ਼ਲ ਮੂਵਮੈਂਟ ਜਿਹੜੀ ਆ ਉਹ ਇੰਨੀ ਅਵੇਅਰ ਆ, ਇੰਨੀ ਵੱਧ ਚੁੱਕੀ ਹੈ ਕਿ ਸਾਡੇ ਲੋਕਲ ਪੋਲੀਟੀਸ਼ੀਅਨ ਨੂੰ ਦੇ ਮਸਟ ਡਿਵੈਲਪ ਅ ਵਿਜ਼ਨ। ਪੋਲੀਟੀਸ਼ੀਅਨ ਦਾ ਮਤਲਬ ਉਹਦੀ ਤਾਂ ਰੈਲੇਵੈਂਸੀ ਵੀ ਜਿਹੜੀ ਆ ਉਹ ਕੁਐਸਚਨ ਹੋ ਰਹੀ ਆ, ਉਹ ਤਾਂ ਰੈਲੇਵੈਂਟ ਹੁੰਦਾ ਜਾ ਰਿਹਾ ਸਾਰੀ ਗੇਮ ਦੇ ਵਿੱਚ। ਆਫਟਰ ਕਿਸਾਨਾਂ ਦੇ ਇਲੈਕਸ਼ਨ ਲੜਨੀ ਨਹੀਂ, ਇਲੈਕਸ਼ਨ ਤਾਂ ਪੋਲੀਟੀਕਲ ਪਾਰਟੀਆਂ ਨੇ ਲੜਨੀ। ਆਈ ਡੋਂਟ ਨੋ। ਔਰ ਇਹ ਜਿਹੜੇ ਕਿਸਾਨ ਨੇ, ਆਈ ਡੋਂਟ ਨੋ ਕਿ ਕਿਸਾਨਾਂ ਨੇ ਇਲੈਕਸ਼ਨ ਨਹੀਂ ਲੜਨੀ। ਜਿਸ ਵੇਲੇ ਇੰਨੀਆਂ ਧਿਰਾਂ ਉੱਥੋਂ ਜਿੱਤ ਕੇ ਜਾਂ ਹਾਰ ਕੇ ਜਿਸ ਵੇਲੇ ਵਾਪਸ ਪੰਜਾਬ ਆਉਣਗੀਆਂ ਤੇ ਇਹ ਇੰਨੇ ਬੁਰੀ ਤਰੀਕੇ ਦੇ ਨਾਲ ਜਾਂ ਇੰਨੇ ਚੰਗੇ ਤਰੀਕੇ ਦੇ ਨਾਲ ਪੋਲੀਟੀਸਾਈਜ਼ਡ ਹੋ ਚੁੱਕੇ ਲੋਕ ਇਹ ਕਹਿਣਗੇ ਕਿ ਮੈਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੈ ਜੀ ਕਿ ਕਿਹੜੀ ਪਾਰਟੀ ਕੀ ਕਰਦੀ ਹੈ। ਇਸ ਵੇਲੇ ਕਨਫਿਊਜ਼ਨ ਹੈ ਕਿ ਲਾਰਜ ਨੰਬਰ ਯੂਨੀਅਨ ਜਿਹੜੀਆਂ ਨੇ ਉਹ ਨੌਨ ਪੋਲੀਟੀਕਲ ਆਰਗੇਨਾਈਜੇਸ਼ਨ ਆਪਣੇ ਆਪ ਨੂੰ ਮੰਨਦੀਆਂ ਨੇ, ਸੋ ਇਲੈਕਸ਼ਨ ਨਹੀਂ ਲੜਨੀ ਉਹਨਾਂ ਨੇ। ਜੇ ਲੜਦੇ ਨੇ ਤਾਂ ਵੀ ਗੁੱਡ ਥਿੰਗ, ਫਿਰ ਵੀ ਉਹਨਾਂ ਨੂੰ ਵੀ ਵਿਜ਼ਨ ਡਿਵੈਲਪ ਕਰਨਾ, ਸਵਾਲ ਵੀ ਖੜੇ ਹੋਣਗੇ ਕਿ ਕਿਹੋ ਜਿਹਾ ਤੁਸੀਂ ਪੰਜਾਬ ਬਣਾਉਣਾ ਹੈ। ਪਰਮਜੀਤ ਜੀ, ਇਹ ਸਾਰੀ ਜਿਹੜੀ ਤੁਹਾਡੀ ਇਕਨੋਮਿਕਸ ਹੈ, ਬਜਟ ਬਾਰੇ ਆਪਣੀ ਗੱਲਬਾਤ ਹੈ, ਇਹ ਇੰਨੀ ਕੱਟ ਐਂਡ ਰਾਈਡ ਹੁੰਦੀ ਹੈ ਕਿ ਦੇਸ਼ ਦੇ ਵਿੱਚ ਲੋਕਤੰਤਰ ਦਾ ਕੀ ਹਾਲ ਹੈ। ਸਾਨੂੰ ਕਦੀ ਕੋਈ ਇੰਸਟੀਚਿਊਟ ਦੱਸ ਦਿੰਦਾ ਕਿ ਤੁਸੀਂ ਹੁਣ ਡੈਮੋਕ੍ਰੇਸੀ ਨਹੀਂ ਰਹੇ ਜੀ, ਤੁਸੀਂ ਤੇ ਇਲੈਕਟੋਰਲ ਆਟੋਕ੍ਰੇਸੀ ਹੋ ਗਏ ਹੋ ਜਦੋਂ ਤੋਂ ਭਾਰਤੀ ਜਨਤਾ ਪਾਰਟੀ ਆਈ ਹੈ। ਜਰਮਨ ਯੂਨੀਵਰਸਿਟੀ ਵਾਲਿਆਂ ਦਾ ਇੰਸਟੀਚਿਊਟ ਹੈ ਵੀਡੈਮ, ਉਹਨਾਂ ਨੇ ਇੱਕ ਰਿਪੋਰਟ ਜਾਰੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਉਹ ਐਨਜੀਓ ਸੀ ਯੂਨਾਈਟਿਡ ਸਟੇਟਸ ਦੀ, ਅੱਜ ਕਿ ਉਹ ਸਰਕਾਰੀ ਐਨਜੀਓ ਹੈ ਬੇਸਿਕਲੀ, ਫਰੀडम ਹਾਊਸ, ਜਿਨ੍ਹਾਂ ਨੇ ਕਿਹਾ ਸੀ ਕਿ ਤੁਸੀਂ ਪਹਿਲਾਂ ਤੇ ਫ੍ਰੀ ਹੁੰਦੇ ਸੀ ਜੀ, ਆਜ਼ਾਦ ਮੁਲਕ ਸੀ, ਹੁਣ ਤੁਸੀਂ ਪਾਰਸ਼ੀਅਲੀ ਫ੍ਰੀ ਹੋ, ਹੈ ਨਾ, ਥੋੜੇ ਥੋੜੇ ਗੁਲਾਮ ਦੁਆਰਾ ਹੋ ਰਹੇ ਹੋ। ਫਿਰ ਅਜੇ ਕਰੋਨਾ ਤੇ ਉਹ ਰਿਪੋਰਟ ਇਕੱਠੀ ਆਈ ਸੀ ਜਿਹੜੀ ਰਿਪੋਰਟਰਸ ਵਿਦਆਊਟ ਬਾਰਡਰਸ ਵਾਲੀ, ਉਹਨਾਂ ਨੇ ਕਿਹਾ ਸੀ ਕਿ ਭਾਈ ਹਿੰਦੁਸਤਾਨੀਓ, ਤੁਸੀਂ ਚੀਨ, ਰੂਸ, ਈਰਾਨ, ਸਾਊਦੀ ਅਰੇਬੀਆ ਸਭ ਤੋਂ ਜ਼ਿਆਦਾ ਉਹਨਾਂ ਦੇਸ਼ਾਂ ਦੇ ਵਿੱਚੋਂ ਹੈ ਉਹ ਜਿਹੜੇ ਪੱਤਰਕਾਰਾਂ ਨੂੰ ਦਬਾ ਕੇ ਰੱਖਦੇ ਨੇ, ਡਿਜੀਟਲ ਪ੍ਰੀਡੇਟਰਸ ਉਹਨਾਂ ਨੇ ਕਿਹਾ ਸੀਗਾ। ਤੇ ਪਿਛਲੀ ਵਿਸਾਖੀ ਦੀ ਗੱਲ ਹੈ ਜਦੋਂ US ਰਿਲੀਜੀਅਸ ਫਰੀडम ਮੋਨੀਟਰ ਨੇ ਕਿਹਾ ਸਟੇਟ ਡਿਪਾਰਟਮੈਂਟ ਨੂੰ, ਅਮਰੀਕਾ ਦਾ ਸਟੇਟ ਡਿਪਾਰਟਮੈਂਟ, ਅਮਰੀਕਾ ਦਾ ਰਾਸ਼ਟਰਪਤੀ ਸਾਡੇ ਸਾਰਿਆਂ ਦੇ ਰਾਸ਼ਟਰਪਤੀ ਹੁੰਦਾ ਜਿੱਦਾਂ ਦੀ ਦੁਨੀਆ ਬਣ ਗਈ ਹੈ, ਉਹਨਾਂ ਨੇ ਕਿਹਾ ਵੀ ਇਹਨਾਂ ਤੇ ਨਾ ਨਜ਼ਰ ਰੱਖਣੀ ਚਾਹੀਦੀ ਹੈ। ਨਾਰਥ ਕੋਰੀਆ, ਚੀਨ, ਪਾਕਿਸਤਾਨ, ਸਾਊਦੀ ਅਰੇਬੀਆ ਦੇ ਨਾਲ ਹਿੰਦੁਸਤਾਨ ਵੀ ਇਹਨਾਂ ਦੇ ਵਿੱਚ ਹੈ, ਰੂਸ ਤੇ ਵਾਂਗ ਹੀ, ਇਹਨਾਂ ਤੇ ਨਜ਼ਰ ਰੱਖਣੀ ਚਾਹੀਦੀ ਹੈ ਵੀ ਰਿਲੀਜੀਅਸ ਫਰੀडम ਕਿੰਨਾ ਕੁ ਹੈ। ਜੇ ਇਹ ਲੋਕਤੰਤਰ ਦਾ ਹੱਕ ਹੈ ਤਾਂ ਇਹਦੇ ਵਿੱਚ ਇਕਨੋਮਿਕਸ ਦੇ ਸਵਾਲ, ਬਜਟ ਦੇ ਸਵਾਲ, ਰਿਸੋਰਸਿਸ ਦੀ ਐਲੋਕੇਸ਼ਨ ਦੇ ਸਵਾਲ ਇੰਨੇ ਕੱਟ ਐਂਡ ਰਾਈਡ ਨੇ ਕਿ ਆਪਸ ਵਿੱਚ ਬੁਰੀ ਤਰ੍ਹਾਂ ਨਾਲ ਜੁੜੇ ਹੋਏ ਨੇ। ਦੇਖੋ ਇਹ ਦੋਨੇ ਤਰ੍ਹਾਂ ਦਾ ਤੁਸੀਂ ਮੈਂ ਲੜਾਈ ਕਿੱਥੇ ਕਿਹੜੇ ਫਰੰਟ ਦੇ ਉੱਤੇ ਲੜਾਂ। ਦੇਖੋ ਇਹ ਦੋਨੇ ਇਹਨੂੰ ਆਪਾਂ ਇੱਕ ਪਾਰਟਿਕੂਲਰ ਕੈਟਾਗਰੀ ਚ ਪਾਉਂਦੇ ਆ ਕਿ ਜਿਹੜਾ ਇੰਡੀਅਨ ਸਟੇਟ ਦਾ ਕਰੈਕਟਰ ਹੈ ਓਵਰ ਅ ਪੀਰੀਅਡ ਆਫ ਟਾਈਮ 2014 ਤੋਂ ਬਾਅਦ ਜਿਹੜਾ ਚੇਂਜ ਹੋਇਆ, ਉਹਨੂੰ ਆਪਾਂ ਕਹਿੰਦੇ ਆ ਅਥਾਰਟੇਰੀਅਨ ਨਿਊ ਲਿਬਰਲਿਜ਼ਮ। ਕਿ ਅਥਾਰਟੇਰੀਅਨ ਨਿਊ ਲਿਬਰਲਿਜ਼ਮ ਨੂੰ ਜੇ ਮੈਂ ਕਹਾਂ ਕਿ ਸਟੇਟ ਪੋਲੀਟੀਕਲ ਸਫੀਅਰ ਨੂੰ ਪੂਰੀ ਤਰ੍ਹਾਂ ਕੰਟਰੋਲ ਰੱਖਦਾ ਤੇ ਜਿਹੜਾ ਇਕਨੋਮਿਕ ਸਫੀਅਰ ਆ ਉਹਨੂੰ ਅਲਟਰਾ ਲਿਬਰਲ ਕਰਨ ਦੀ ਕੋਸ਼ਿਸ਼ ਕਰਦਾ। ਜਦੋਂ ਇਹ ਦੋ ਪਾਵਰਸ ਆਪਸ ਚ ਅਲਾਈਨ ਹੁੰਦੀਆਂ, ਮੇਰੀ ਜਾਨ ਤਾਂ ਦੋਨੋਂ ਪਾਸਿਓਂ ਕੁੜਕੀ ਵਿੱਚ ਆਈ ਹੈ ਨਾ ਕਿ ਤੁਸੀਂ ਮੈਨੂੰ ਨਹੀਂ ਕੜਕੀ ਚ ਇੰਨੀ ਹੁੰਦੀ, ਤੁਸੀਂ ਮੈਨੂੰ ਬੋਲਣ ਜੋਗਾ ਨਹੀਂ ਛੱਡੋਗੇ, ਰੋਣ ਜੋਗਾ ਨਹੀਂ ਛੱਡੋਗੇ ਤੇ ਖਾਣ ਜੋਗਾ, ਮਤਲਬ ਯੂ ਵਿਲ ਗਿਵ ਮੀ ਸਰਕਸ ਐਂਡ ਬ੍ਰੈਡ। ਜੇ ਪ੍ਰੈਜ਼ੈਂਟ ਬਜਟ ਗਵਰਨਮੈਂਟ ਆਫ ਇੰਡੀਆ ਦੇਖੋ, ਉਹ ਕਾਫੀ ਵੱਡਾ ਹਿੱਸਾ ਬਜਟ ਦਾ ਜਿਹੜਾ ਹੈ ਉਹ ਜਾਇਦਾਦ ਵੇਚ ਕੇ ਪੂਰਾ ਕਰਨਾ ਚਾਹੁੰਦੇ ਨੇ। ਪ੍ਰਾਈਵੇਟਾਈਜੇਸ਼ਨ ਪਬਲਿਕ ਸੈਕਟਰ ਐਂਟਰਪ੍ਰਾਈਜ਼, ਵਿਸ਼ਾਖਾਪਟਨਮ ਦੇ ਜਿਹੜਾ ਸਟੀਲ ਪਲਾਂਟ ਹੈ ਉਹਦੀ ਇੰਨੀ ਵੱਡੀ ਲੜਾਈ ਚੱਲ ਰਹੀ ਹੈ ਜਿੰਨੀ ਸਿੰਘੂ ਬਾਰਡਰ ਦੇ ਵਿੱਚ ਚੱਲ ਰਹੀ ਹੈਗੀ ਆ। ਸੋ ਜਿਹੜੀਆਂ ਨੌਕਰੀਆਂ ਦਾ ਸਵਾਲ ਹੈ ਤੇ ਕੁਆਲਿਟੀ ਆਫ ਏਮਪਲੋਇਮੈਂਟ ਹੈ ਜਿਹਦੀ ਆਪਾਂ ਗੱਲ ਕਰ ਰਹੇ ਸੀਗੇ, ਜੇ ਖੇਤੀ ਦੇ ਵਿੱਚੋਂ ਕੁਝ ਪਰਸੈਂਟੇਜ ਆਬਾਦੀ ਕਿਸੇ ਸਟੇਜ ਦੇ ਵਿੱਚ ਵੀ ਬਾਹਰ ਕੱਢਣੀ ਆ ਤਾਂ ਉਹਨਾਂ ਨੂੰ ਕੁਆਲਿਟੀ ਆਫ ਏਮਪਲੋਇਮੈਂਟ ਦੇਣੀ ਪਏਗੀ ਨਾ। ਉਹ ਕਿੱਥੇ ਦੇਵਾਂਗੇ? ਉਹ ਰੁਜ਼ਗਾਰ ਹੋਏ ਜਿਸ ਤੁਹਾਡੀ ਰੈਗੂਲਰ ਸੈਲਰੀ ਹੋਵੇ, ਤੁਹਾਡੇ ਰਿਟਾਇਰਮੈਂਟ ਬੈਨੀਫਿਟਸ ਹੋਣ, ਜਿਹੜੀ ਐਗਰੀਕਲਚਰ ਨਾਲ ਤੁਹਾਡੀ ਇਨਕਮ ਜ਼ਿਆਦਾ ਹੋਵੇ ਤਾਂ ਤੁਹਾਡੇ ਬੱਚੇ ਜਿਹੜੇ ਨੇ ਉਹ ਪੜ੍ਹ ਸਕਣ, ਉਹਨਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਮਿਲ ਸਕਣ, ਤੁਸੀਂ ਅਫੋਰਡ ਕਰ ਸਕਦੇ ਹੋ। ਇਹ ਜਿਹੜਾ ਇਸ ਤਰ੍ਹਾਂ ਦਾ ਵਿਜ਼ਨ ਹੈ, ਇਹ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਹੈ ਸੈਂਟਰ ਦੇ ਵਿੱਚ, ਉਹਦਾ ਬਿਲਕੁਲ ਨਹੀਂ ਹੈ। ਜਿਹੜੀਆਂ ਸਟੇਟ ਗਵਰਨਮੈਂਟਸ ਨੇ ਉਹ ਜਾਂ ਤੇ ਵਿਜ਼ਨਲੈਸ ਨੇ ਜਾਂ ਬਾਈ ਐਂਡ ਲਾਰਜ ਦੇ ਆਰ ਅਪੈਂਡੇਜ ਆਫ ਦਾ ਪਾਲਿਸੀ ਆਫ ਦਾ ਸੈਂਟਰਲ ਗਵਰਨਮੈਂਟ। ਜਿਹੜੇ ਸਿੰਘੂ ਬਾਰਡਰ ਦੇ ਉੱਤੇ ਇੰਨੀ ਵੱਡੀ ਸਟਰਗਲ ਚੱਲ ਰਹੀ ਹੈ, ਜੇ ਉਹਦੇ ਵਿੱਚ ਇਹ ਸੈਂਟਰਲ ਸਵਾਲ ਬਣ ਜਾਵੇ ਕਿ ਅਸੀਂ ਐਗਰੇਰੀਅਨ ਸਟੇਟ ਹਾਂ ਤੇ ਆਜ਼ਾਦੀ ਤੋਂ ਇੰਨੇ ਸਾਲਾਂ ਬਾਅਦ ਮੇਰੀ ਸਟੇਟ ਦੀ ਕੋਈ ਐਗਰੀਕਲਚਰ ਪਾਲਿਸੀ ਨਹੀਂ ਹੈਗੀ, ਇਹਦੇ ਡਰਾਫਟ ਬਣਦੇ ਰਹਿੰਦੇ ਨੇ ਤੇ ਸੈਕਟਰੀਏਟ 'ਚ ਰੁਲਦੇ ਰਹਿੰਦੇ ਨੇ। ਅੱਛਾ, ਇੱਕ ਵਾਰੀ ਅਸੀਂ ਰੌਲਾ ਪਾ ਲੈਂਦੇ ਆ, ਇੱਥੇ ਵੀ ਮੇਜ਼ ਲਾ ਲਈਦਾ, ਹਰੇਕ ਸਟੂਡੀਓ 'ਚ ਮੇਜ਼ ਲੱਗ ਜਾਂਦਾ ਜੀ ਕਿ ਜੀ ਟੀ ਹੱਕ ਆ ਗਿਆ, ਜਿੱਦਾਂ ਕੋਈ ਮਿਜ਼ਾਈਲ ਆਈ ਹੁੰਦੀ ਹੈ, ਟੀ ਹੱਕ ਕਮੇਟੀ, ਟੀ ਹੱਕ ਕਮੇਟੀ। ਜਦੋਂ ਦੀ ਕਮੇਟੀ ਫੁਰ ਕਰਕੇ ਉੱਡੀ ਹੈ, ਮੁੜ ਕੇ ਕਦੀ ਕੋਈ ਗੱਲ ਹੀ ਨਹੀਂ। ਉਹ ਇੰਟਰਿਮ ਰਿਪੋਰਟ ਸੀ, ਸਾਰੀ ਰਿਪੋਰਟ ਕਦੋਂ ਆਈ, ਕਿੱਦਾਂ ਦੀ ਆਈ, ਕੀ ਹੋਇਆ, ਕਿਹੜਾ ਕਰਜ਼ਾ ਮਾਫ ਹੋਇਆ, ਕੋਈ ਲੈਣਾ ਦੇਣਾ ਨਹੀਂ। ਇੱਕ ਪੰਜਾਬ ਦੀ ਅਸੈਂਬਲੀ ਨੇ ਕਮੇਟੀ ਬਣਾਈ ਹੈ ਕਿ ਇਹ ਪਿੰਡ ਜਾ ਕੇ ਸਟੱਡੀ ਕਰੇਗੀ ਕਿ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮਿਲੇਗੀ ਕਿ ਖੁਦਕੁਸ਼ੀਆਂ ਕਿੱਦਾਂ ਰੋਕੀਆਂ ਜਾਣ। ਉਹਨਾਂ ਨੇ ਰਿਪੋਰਟ ਬਣਾਈ ਹੈ, ਰਿਪੋਰਟ ਬਣਾ ਕੇ ਉਹਨਾਂ ਨੇ ਉੱਥੇ ਦਰਾਜ 'ਚ ਰੱਖ ਦਿੱਤੀ ਹੈ। ਕੋਈ ਮੰਗ ਵੀ ਨਹੀਂ ਰਿਹਾ, ਆਪੋਜੀਸ਼ਨ ਵੀ ਨਹੀਂ ਮੰਗ ਰਹੀ, ਕਿਸੇ ਨੇ ਰੌਲਾ ਪਾਇਆ ਵਿਧਾਨ ਸਭਾ ਦੇ ਵਿੱਚ? ਨਹੀਂ, ਐਕਚੁਅਲੀ ਜਿਹੜੀਆਂ ਸਾਡੀਆਂ ਪਾਰਟੀਆਂ, ਪੋਲੀਟੀਕਲ ਪਾਰਟੀਆਂ ਅਕਰਾਸ ਦਾ ਬੋਰਡ, ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਉਹਨਾਂ ਕੋਲ ਪੰਜਾਬ ਦਾ ਵਿਜ਼ਨ ਨਹੀਂ ਹੈ ਕਿ ਅਸੀਂ ਪੰਜਾਬ ਨੂੰ ਕਿਵੇਂ ਡਿਵੈਲਪ ਕਰਨਾ, ਫਿਊਚਰ ਸਾਡਾ ਕੀ ਹੋਏਗਾ,
ਕਿੱਦਾਂ ਦਾ ਅਸੀਂ ਪੰਜਾਬ ਨੂੰ ਬਣਾਉਣਾ ਚਾਹੁੰਦੇ ਆ। ਕਦੀ ਕਦੀ ਕੈਲੀਫੋਰਨੀਆ ਬਣਾਉਣ ਦੀ ਗੱਲ ਕਰਦੇ ਰਹੇ ਸਾਡੇ ਪੋਲੀਟੀਸ਼ੀਅਨ, ਪਰ ਅੱਜ ਕੋਈ ਨਹੀਂ ਗੱਲ ਕਰਦਾ ਕਿ ਇਹਨੂੰ ਕੈਲੀਫੋਰਨੀਆ ਬਣਾਉਣਾ ਹੈਗਾ। ਅੱਜ ਕੋਈ ਨਹੀਂ ਗੱਲ ਕਰਦਾ ਕਿ ਸਾਡੇ ਬੱਚੇ ਜਿਹੜੇ ਉਹਨਾਂ ਨੂੰ ਕੁਆਲਿਟੀ ਐਜੂਕੇਸ਼ਨ ਅਸੀਂ ਦਾਂਗੇ ਤਾਂ ਕਿ ਬੱਚੇ ਜਾ ਕੇ ਟੋਰਾਂਟੋ ਜਾਂ ਦੂਜੇ ਮੁਲਕਾਂ ਦੇ ਵਿੱਚ ਨਾ ਪੜ੍ਹਨ। ਸਾਡੇ ਜਿਹੜਾ ਬੱਚਾ ਜਾਂਦਾ ਅੱਜ ਇੱਥੋਂ ਉਹ ਕੋਈ 10-12 ਲੱਖ ਰੁਪਈਆ ਲੈ ਕੇ ਜਾਂਦਾ ਹੈਗਾ। ਸੋ ਇਸ ਕਰਕੇ ਜਾ ਰਹੇ ਨੇ, ਇੱਕ ਤਾਂ ਉੱਥੇ ਇੰਪਲੋਇਮੈਂਟ ਗਰੰਟੀਡ ਹੈ, ਦੂਜਾ ਹੈ ਕਿ ਕੁਆਲਿਟੀ ਆਫ ਐਜੂਕੇਸ਼ਨ ਮੱਚ ਬੈਟਰ ਹੈ। ਅਸੀਂ ਆਪਣੇ ਆਪ ਨੂੰ ਸੁਧਾਰਨ ਵੱਲ ਨਹੀਂ ਜਾ ਰਹੇ। ਇਸੇ ਕਰਕੇ ਜਿਹੜੀ ਸਾਡੀਆਂ ਆਪੋਜੀਸ਼ਨ ਪਾਰਟੀਆਂ ਨੇ ਉਹ ਜਿਹੜੀਆਂ ਰਿਪੋਰਟਾਂ ਨੇ ਇਹੋ ਜਿਹੀਆਂ, ਜਿਹੜੀ ਸਰਕਾਰੀਆ ਕਮੇਟੀ ਦੀ ਰਿਪੋਰਟ ਦਾ ਜ਼ਿਕਰ ਕਰ ਰਹੇ ਸੀ ਤੁਸੀਂ, ਉਹਨਾਂ ਨੇ ਗੱਲ ਹੀ ਨਹੀਂ ਕੀਤੀ ਕਿਸੇ ਨੇ। ਹੁਣ 6 ਲਾ ਪਾਸ ਹੋਏ ਨੇ ਵਿਧਾਨ ਸਭਾ ਦੇ ਵਿੱਚ, ਅੱਧੇ ਘੰਟੇ 'ਚ ਪਾਸ ਹੋ ਗਏ ਆ, ਕੋਈ ਬਹਿਸ ਨਹੀਂ। ਘੜਾਇਆ ਜਿਹੜਾ ਹੈਗਾ ਕਿ ਬਜਟ ਬੜਾ ਗੰਦਾ, ਆਪੋਜੀਸ਼ਨ ਨੇ ਕਹਿਣਾ, ਜਿਹੜਾ ਰੂਲਿੰਗ ਪਾਰਟੀ ਨੇ ਕਹਿਣਾ ਬਜਟ ਬਹੁਤ ਵਧੀਆ, ਪ੍ਰੋਗਰੈਸਿਵ ਹੈ, ਇਹਦੇ ਨਾਲ ਪ੍ਰੋਗਰੈਸ ਬਹੁਤ ਹੋਈ। ਇਹ ਤਾਂ ਠੀਕ ਹੈ, ਬਜਟ ਤੋਂ ਪਹਿਲਾਂ ਹੀ ਆਪੋਜੀਸ਼ਨ ਵਾਲਿਆਂ ਦਾ ਰਿਐਕਸ਼ਨ ਲੈ ਆਉਣਾ ਚਾਹੀਦਾ, ਕਿਉਂਕਿ ਪਤਾ ਹੀ ਹੁੰਦਾ ਇਹਨਾਂ ਨੇ ਕੀ ਕਹਿਣਾ। ਸਰਕਾਰ ਨੇ ਵੀ ਕਹਿਣਾ ਹੁੰਦਾ ਵੀ ਬੜਾ ਪ੍ਰੋ ਪੀਪਲ, ਪ੍ਰੋ ਪੂਅਰ ਬਜਟ। ਮੈਂ ਵੈਸੇ ਇੱਕ ਬੜੀ ਸਟਰੋਂਗ ਸਟੇਟਮੈਂਟ ਦੇਣ ਲੱਗਿਆ, ਹੋ ਸਕਦਾ ਮੇਰਾ ਕ੍ਰਿਟਿਸਿਜ਼ਮ ਵੀ ਹੋਵੇ, ਕਿ ਸਾਡੇ ਜਿਹੜੇ ਬਹੁਤ ਸਾਰੇ ਲੀਡਰ ਨੇ ਨਾ, ਉਹਨਾਂ ਨੂੰ ਬਜਟ ਪੜ੍ਹਨਾ ਨਹੀਂ ਆਉਂਦਾ। ਅੱਛਾ, ਵਿੱਚ ਪੱਤਰਕਾਰ ਵੀ ਐਡ ਕਰ ਲਓ। ਹਾਲ ਤਾਂ ਪਤਾ ਹੀ ਹੈ ਜਦੋਂ ਦਾ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਕਿ ਮੈਂ ਹੁਣ ਤੁਹਾਡੇ ਨਾਲ ਫਿਗਰਾਂ ਬੋਲ ਰਿਹਾ, ਮੈਂ ਲਾਸਟ ਈਅਰ ਦੀ ਫਿਗਰ ਨੂੰ ਇਸ ਸਾਲ ਨਾਲ ਕੰਪੇਅਰ ਕਰ ਰਿਹਾ। ਉਹ ਕਰੰਟ ਫਿਗਰ ਹੀ ਦੇਈ ਜਾਂਦੇ ਆ ਕਿ ਕਰੰਟ ਵਿੱਚ ਇੰਨਾ ਐਲੋਕੇਟ ਕਰਤਾ ਜੀ, ਇੰਨਾ ਵਧਾਤਾ ਜੀ, ਬਸ ਉਹ ਦੇਖਦੇ ਨਹੀਂ ਕਿ ਪਿਛਲੇ ਸਾਲ ਕੀ ਅਨਾਉਂਸ ਕੀਤਾ ਸੀਗਾ। ਪਿਛਲੇ ਸਾਲ ਦਾ ਬਜਟ ਜਿਹੜਾ ਗਵਰਨਮੈਂਟ ਆਫ ਪੰਜਾਬ ਦਾ, ਜੇ ਤੁਸੀਂ ਬਜਟ ਓਰੀਜਨਲ ਦੇਖੋ, ਮਨਪ੍ਰੀਤ ਜਿਹੜਾ ਪੇਸ਼ ਕੀਤਾ ਸੀਗਾ, ਉਹ ਬੜਾ ਸੀਗਾ ਵੀ ਅਸੀਂ ਕਰਜ਼ਾ ਮੁਕਤ ਕਰਨ ਜਾ ਰਹੇ ਹਾਂ, ਸਾਡਾ ਬਜਟ ਜਿਹੜਾ 0 ਡੈਫੀਸਿਟ ਵਾਲਾ ਹੋਏਗਾ। ਤੇ ਜਾਂਦੇ ਜਿਹੜਾ ਡੈਫੀਸਿਟ ਹੈ ਉਹ 4.32% ਹੋ ਗਿਆ ਆਫ GDP। ਕੋਈ ਕੋਵਿਡ ਨੇ ਉਹਨੂੰ ਹਿਲਾ ਕੇ ਰੱਖਤਾ। ਜਿਹੜਾ ਘਰ ਰੋਜ਼ਗਾਰ ਹੈ ਉਹ ਹੁਣ ਆ ਗਿਆ ਸਕਿੱਲ ਡਿਵੈਲਪਮੈਂਟ ਤੱਕ, ਘਰ ਵਿਕਾਸ ਹੋ ਗਿਆ। ਗੱਲ ਇਹ ਆ ਕਿ ਅਸੀਂ ਬੇਰੁਜ਼ਗਾਰੀ ਭੱਤੇ ਦੀ ਗੱਲ ਸੁਣਦੇ ਸੀ, ਮਤਲਬ ਮਨਰੇਗਾ ਵਾਲਿਆਂ ਦਾ ਹੀ ਬਜਟ ਵਧਾ ਦਿੰਦੇ ਘੱਟੋ ਘੱਟ। ਕੋਈ ਮੈਨੂੰ ਤੁਹਾਡੀ ਇੰਟੈਂਸ਼ਨ ਦਾ ਦਿਖਾਈ ਦੇਵੇ। ਗੱਲ ਇਹ ਆ ਕਿ ਸਰਕਾਰ ਕਹਿੰਦੀ ਆ ਕਿ ਅਸੀਂ ਇੰਨੀ ਇੰਪਲੋਇਮੈਂਟ ਦੇਤੀ, ਕਿਸੇ ਇੰਸਟੀਚਿਊਟ ਨੇ, ਕਿਸੇ ਇੰਡੀਪੈਂਡੈਂਟ ਏਜੰਸੀ ਨੇ ਉਹਨੂੰ ਵੈਰੀਫਾਈ ਨਹੀਂ ਕੀਤਾ ਕਿ ਤੁਸੀਂ ਗੱਪ ਮਾਰ ਰਹੇ ਜੇ ਕਿ ਠੀਕ ਗੱਲ ਹੋਈ ਆ। ਮਤਲਬ ਇਹ ਜਿਹੜਾ ਪਾਰਟ ਹੈ ਕਿ ਤੁਸੀਂ ਉਹਦੀ ਥਰਡ ਪਾਰਟੀ ਮੋਨੀਟਰਿੰਗ ਹੋਵੇ ਤੁਹਾਡੀ ਪਾਲਿਸੀਜ਼ ਦੀ, ਤਾਂ ਕਿ ਪਤਾ ਲੱਗੇ ਲੋਕਾਂ ਨੂੰ ਕਿ ਅਸਲ 'ਚ ਕੀ ਹੋ ਰਿਹਾ। ਸੋ ਰੁਜ਼ਗਾਰ ਜਿਹੜਾ ਹੈ ਜੇ ਠੀਕ ਹੋਏ ਤੇ ਆਂਗਣਵਾੜੀ ਵਰਕਰ ਜਿਹੜੇ ਨੇ ਜਾਂ ਦੂਜੇ ਨੇ ਰੋਜ਼ ਡਾਂਗਾ ਕਿਉਂ ਖਾਣ। ਪਰਮਜੀਤ ਜੀ, ਤੁਸੀਂ ਇੱਥੇ ਬੈਠੇ ਇੰਨੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ। ਮੇਰਾ ਇੱਕ ਛੋਟਾ ਜਿਹਾ ਸਵਾਲ ਹੈ, ਤਾਂ ਸੱਚੋ ਸੱਚ ਜਵਾਬ ਦੇਣਾ। ਕੀ ਤੁਸੀਂ ਇੱਥੇ ਬੈਠੇ ਕੋਈ ਇਹੋ ਜਿਹੀ ਗੱਲ ਕੀਤੀ ਹੈ ਜਿਹਦੇ ਤੁਸੀਂ ਝੂਠ ਬੋਲਿਆ ਹੋਵੇ? ਨਹੀਂ, ਬਿਲਕੁਲ ਨਹੀਂ ਕੀਤੀ। ਬਿਲਕੁਲ ਨਹੀਂ ਕੀਤੀ। ਇਹਦੇ ਤੇ ਆਪਣੀ ਸਹਿਮਤੀ ਹੈ। ਮਨਪ੍ਰੀਤ ਬਾਦਲ ਜੀ ਨੇ ਕਿਹਾ ਕਿ ਮੈਂ ਹਾਊਸ ਵਿੱਚ ਝੂਠ ਨਹੀਂ ਬੋਲਦਾ, ਇਹ ਉਹਨਾਂ ਨੇ ਹਾਊਸ ਵਿੱਚ ਕਿਹਾ। ਮੈਂ ਇਹ ਸੋਚੀ ਜਾ ਰਿਹਾ ਸੀ ਕਿ ਸਾਡੇ ਮੰਤਰੀ ਕਿਤੇ ਵੀ ਝੂਠ ਨਹੀਂ ਬੋਲਦੇ, ਪਰ ਬੋਲਣਾ ਵੀ ਨਹੀਂ ਚਾਹੀਦਾ। ਇਹਦੇ ਤੇ ਸਾਡੀ ਸਹਿਮਤੀ ਹੈ। ਜੇ ਇੱਕ ਗੱਲ ਉਹਨਾਂ ਨੇ ਹੋਰ ਕੀਤੀ ਹੈ ਇਸ ਤੋਂ ਬਿਨਾਂ ਕਿ ਵਾਹਿਗੁਰੂ ਤਕਦੀਰਾਂ ਲਿਖਦਾ, ਉਹਦੇ ਤੇ ਵੀ ਮੇਰੀ ਸਹਿਮਤੀ ਹੈ ਵੀ ਵਾਹਿਗੁਰੂ ਤਕਦੀਰਾਂ ਲਿਖਦਾ, ਜਿੱਦਾਂ ਦੀ ਇਹ ਲਿਖ ਰਹੇ ਨੇ। ਨਹੀਂ, ਮੇਰੀ ਸਹਿਮਤੀ ਇਸ ਗੱਲ ਨਾਲ ਨਹੀਂ। ਜਿਹੜੀਆਂ ਤਕਦੀਰਾਂ ਨੇ ਉਹ ਇਹ ਬਜਟ ਦੀਆਂ ਰਕਮਾਂ ਦੇ ਵਿੱਚ ਲਿਖੀਆਂ ਜਾ ਰਹੀਆਂ, ਮਨੁੱਖ ਲਿਖ ਰਹੇ ਨੇ। ਇੰਨੀ ਵਾਲੇ ਤੇ ਸਹਿਮਤੀ ਹੈ। ਬਾਕੀ ਇੱਕ ਉਹਨਾਂ ਨੇ ਕਿਹਾ ਵੀ ਮੈਂ ਤੇ ਐਵੇਂ ਤੁਸੀਂ ਮੇਰੇ ਤੇ ਇਲਜ਼ਾਮ ਲਾਈ ਜਾਂਦੇ ਹੋ, ਮੈਂ ਤੇ ਪ੍ਰਸ਼ਾਂਤ ਕਿਸ਼ੋਰ ਦੀ ਸ਼ਕਲ ਵੀ ਨਹੀਂ ਦੇਖੀ। ਮੈਨੂੰ ਲੱਗਦਾ ਇਹਦੇ ਤੇ ਵੀ ਸਹਿਮਤ ਹੋ ਜੀ ਮਨਪ੍ਰੀਤ ਬਾਦਲ ਜੀ। ਪਿਛਲੇ 4 ਸਾਲਾਂ 'ਚ ਅਸੀਂ ਵੀ ਪ੍ਰਸ਼ਾਂਤ ਕਿਸ਼ੋਰ ਦੀ ਸ਼ਕਲ ਨਹੀਂ ਦੇਖੀ। ਤੁਸੀਂ ਦੁਬਾਰਾ ਲੈ ਆਏ ਹੋ ਤੇ ਸਾਡੀ ਕੀ ਸ਼ਕਲ ਬਣੇਗੀ, ਸਾਡੇ ਸੂਬੇ ਦੀ ਕੀ ਸ਼ਕਲ ਬਣੇਗੀ, ਸਰਕਾਰਾਂ ਦੇ ਜਿਹੜੇ ਮਨੋਰਥ ਪੱਤਰ ਨੇ ਉਹਨਾਂ ਦੀ ਕੀ ਸ਼ਕਲ ਬਣੇਗੀ, ਤੇ ਸਾਡੇ ਭਵਿੱਖ ਦੀ ਕੀ ਸ਼ਕਲ ਬਣੇਗੀ। ਇਹ ਜਾਂ ਤੇ ਤੈਅ ਕਰਨਗੀਆਂ ਗੰਭੀਰ ਬਹਿਸਾਂ ਤੇ ਵੱਡੇ ਤੌਰ ਦੇ ਉੱਤੇ ਤੈਅ ਕਰਨਗੇ ਇਸ ਕਿਸਮ ਦੇ ਅੰਦੋਲਨ, ਜਿਹੜੇ ਇਸ ਕਿਸਮ ਦੀ ਬਜਟਿੰਗ ਐਕਸਰਸਾਈਜ਼ਸ ਨੂੰ ਵੀ ਵੱਡਾ ਚੈਲੰਜ ਪੇਸ਼ ਕਰਨਗੇ, ਜਿਹੜੇ ਅੱਜ ਸਿੰਘੂ, ਟੀਕਰੀ, ਗਾਜ਼ੀਪੁਰ ਦੇ ਉੱਤੇ ਡਟੇ ਹੋਏ ਨੇ। ਅੱਜ ਲਈ ਇੰਨਾ ਹੀ। ਧੰਨਵਾਦ ਤੇ ਰੱਬ ਰਾਖਾ। ਮੈਂ ਝੂਠ ਕੋਈ ਨਹੀਂ ਜੇ ਬੋਲਿਆ।